ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚੌਂਦਿਸ਼ ਪਰ ਕਰਤਾਰ ਕੇ ਜੋਦਾ ਬ੍ਰਿੰਦ ਤਰੰਗ ਪਰੇ ਹਜ਼ਾਰੋ ਅੰਮ੍ਰਿਤ ਕਪੇ ਭੀਮ ਥਾਨ ਤਿਨ ਸੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਸਫਰੀਆਂ ਕਰ ਰਹੇ ਹੋ। ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਆਰਤੇ ਦੇ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਧੰਨ ਧੰਨ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਕਥਾ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਸਰਵਣ ਕਰਦੇ ਹੋ। ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਜੰਗ ਹੋਇਆ ਔਰ ਪੈਂਦੇ ਖਾਂ ਨਿਮਕ ਹਰਾਮੀ ਹੋ ਕੇ ਤੁਰਕਾਂ ਦੀ ਫੌਜ ਚੜ੍ਹਾ ਕੇ ਲੈ ਆਇਆ, ਬਹੁਤ ਭਾਰੀ ਲਸ਼ਕਰ ਨਾਲ ਉਸ ਨੇ ਹਮਲਾ ਕੀਤਾ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਇਸ ਜੰਗ ਵਿੱਚ ਬਹੁਤ ਸਾਰੇ ਤੁਰਕ ਮਾਰੇ ਗਏ। ਪੈਂਦੇ ਖਾਨ, ਕਾਲੇ ਖਾਨ, ਕੁਤਬ ਖਾਨ, ਇਹ ਸਭ ਝਟਕਾ ਦਿੱਤੇ। ਗੁਰੂ ਸਾਹਿਬ ਜੀ ਨੇ ਅਸਮਾਨ ਖਾਨ, ਅਤੇ ਸਾਰਾ ਮੈਦਾਨ ਫਤਿਹ ਹੋ ਗਿਆ। ਉਸ ਤੋਂ ਬਾਅਦ ਕੀ ਹੋਇਆ ਉਹ ਕਥਾ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਇਕਾਗਰ ਕਰਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚੌਂਦਿਸ਼ ਪਰ ਕਰਤਾਰ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਜੋਦਾ ਬ੍ਰਿੰਦ ਤਰੰਗ ਬਹੁਤ ਸਾਰੇ ਯੋਧੇ ਅਤੇ ਘੋੜੇ ਮਰੇ ਪਏ ਹਨ। ਪਰੇ ਹਜ਼ਾਰੋ ਅੰਮ੍ਰਿਤ ਕਪੇ ਹਜ਼ਾਰਾਂ ਲਾਸ਼ਾਂ ਬੰਦਿਆਂ ਦੀਆਂ ਤੇ ਹਜ਼ਾਰਾਂ ਹੀ ਘੋੜਿਆਂ ਦੀਆਂ ਪਈਆਂ ਹਨ। ਭੀਮ ਥਾਨ ਤਿਨ ਸੰਗ। ਸ੍ਰੀ ਕਰਤਾਰਪੁਰ ਸਾਹਿਬ ਦਾ ਆਲਾ ਦੁਆਲਾ ਉਹਨਾਂ ਲਾਸ਼ਾਂ ਦੇ ਨਾਲ ਬਹੁਤ ਡਰਾਉਣਾ ਹੋ ਗਿਆ ਹੈ। ਉਹਨੂੰ ਵੇਖ ਕੇ ਮਨ ਜਿਹੜਾ ਹੈ ਭੈ ਭੀਤ ਹੋ ਜਾਂਦਾ ਹੈ। ਇਤਨੀਆਂ ਖੂਨ ਦੀਆਂ ਨਦੀਆਂ ਵਗ ਰਹੀਆਂ ਨੇ, ਇੰਨੀ ਧਰਤੀ ਲਾਲ ਹੋਈ ਪਈ ਹੈ। ਚਾਪਈ ਬਿਧੀ ਚੰਦ ਸੋ ਸ਼੍ਰੀ ਮੁਖ ਕਹਿਓ। ਉਸ ਵੇਲੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਬਾਬਾ ਬਿਧੀ ਚੰਦ ਜੀ ਨੂੰ ਕੋਲ ਬੁਲਾ ਕੇ ਹੁਕਮ ਕੀਤਾ। ਲਖੂ ਆਦ ਪਰ ਲੋਕ ਜੇ ਲਹਿਓ। ਮਹਾਰਾਜ ਕਹਿੰਦੇ ਭਾਈ ਬਿਧੀ ਚੰਦ ਜੀ, ਜਿਹੜੇ ਸਿੱਖ ਭਾਈ ਲਖੂ ਵਰਗੇ ਅਤੇ ਸਾਡੀ ਫੌਜ ਦੇ ਸੂਰਮੇ ਯੋਧੇ ਸਿੱਖ ਸ਼ਹੀਦ ਹੋਏ ਹਨ, ਪਠੋ ਦਾਸ ਤਿਨ ਲੋਥਨ ਲੈ। ਸੇਵਾਦਾਰਾਂ ਨੂੰ ਭੇਜੋ, ਜੰਗ ਦੇ ਮੈਦਾਨ 'ਚ ਉਹਨਾਂ ਦੀਆਂ ਲਾਸ਼ਾਂ ਚੁੱਕ ਕੇ ਲਿਆਈਏ। ਸ਼ਹੀਦਾਂ ਸਿੰਘਾਂ ਦੀਆਂ ਦੇਹਾਂ ਲਿਆ ਕੇ ਇੱਕ ਜਗ੍ਹਾ 'ਤੇ ਸੰਸਕਾਰ ਕਰੀਏ। ਰਚਹਿ ਚਿਤਾ ਸਭ ਦਾਹ ਕਰੇ। ਮਹਾਰਾਜ ਕਹਿੰਦੇ ਜਿੰਨੇ ਸਿੱਖ ਸ਼ਹੀਦ ਹੋਏ ਨੇ ਉਹਨਾਂ ਸਾਰਿਆਂ ਦੀ ਇੱਕ ਥਾਂ 'ਤੇ ਚਿਤਾ ਬਣਾਵਾਂਗੇ ਤੇ ਸੰਸਕਾਰ ਕਰਾਂਗੇ। ਸਨ ਆਗਿਆ ਬਹੁ ਦਾਸ ਪਠਾਏ। ਗੁਰੂ ਸਾਹਿਬ ਦੀ ਆਗਿਆ ਪਾ ਕੇ ਬਹੁਤ ਸਾਰੇ ਸਿੱਖ ਗਏ ਹਨ। ਅਮੀ ਚੰਦ ਮਹਿਰਾਦ ਕਲਿਆਏ। ਭਾਈ ਮੇਹਰ ਚੰਦ, ਭਾਈ ਅਮੀਆਂ ਜੀ, ਭਾਈ ਲੱਖੂ ਜੀ ਵਰਗੇ ਸੂਰਮੇ ਬਹਾਦਰ ਯੋਧਿਆਂ ਦੀਆਂ ਦੇਹਾਂ ਲਿਆਂਦੀਆਂ ਹਨ। ਕਾਸ਼ਟ ਸੰਚ ਦਾਹ ਸਭ ਕਰੇ। ਔਰ ਸਾਰੇ ਸਿੱਖਾਂ ਨੂੰ ਇੱਕ ਥਾਂ 'ਤੇ ਇਕੱਠੇ ਕਰਕੇ ਬਹੁਤ ਵੱਡਾ ਲੱਕੜਾਂ ਦਾ ਢੇਰ ਲਾ ਕੇ ਵਿੱਚ ਲਾਸ਼ਾਂ ਰੱਖ ਕੇ ਸ਼ਹੀਦਾਂ ਸਿੰਘਾਂ ਦੀਆਂ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਝੰਡਾ ਲਾ ਦਿੱਤਾ ਹੈ। ਲਿਆਏ ਉਠਾਏ ਜੇ ਕਾਇਲ ਪਰੇ। ਜਿਹੜੇ ਜ਼ਖਮੀ ਸਿੱਖ ਸਨ, ਜਿਨ੍ਹਾਂ ਦੀ ਸੱਟਾਂ ਲੱਗਣ ਕਰਕੇ ਜੰਗ ਦੇ ਮੈਦਾਨ ਵਿੱਚ ਹਾਲਤ ਬਹੁਤ ਮਾੜੀ ਸੀ, ਪਰ ਜਾਨ ਅਜੇ ਬਾਕੀ ਸੀ, ਉਹਨਾਂ ਦਾ ਲਿਆ ਕੇ ਇਲਾਜ ਕੀਤਾ ਹੈ। ਇਤਨੇ ਬਿਖਾ ਨਸਾ ਹੋਏ ਆਈ। ਇਤਨੇ ਨੂੰ ਰਾਤ ਪੈਣ ਵਾਲੀ ਹੋ ਗਈ, ਹਨੇਰਾ ਪੈ ਗਿਆ। ਸਿਆਲ ਪੁਕਾਰ ਕੀਨ ਚਹਕਾਈ। ਚਾਰੇ ਪਾਸੇ ਗਿੱਦੜ ਦੇ ਕੁੱਤੇ ਕੂਕਦੇ ਹਨ। ਕੂਕਰ ਬੋਲਤ ਭਖਿਆ ਮਾਸ। ਕੁੱਤੇ ਦੇ ਗਿੱਦੜ ਮਾਸ ਖਾਂਦੇ ਤੇ ਬਹੁਤ ਕੂਕਦੇ ਹਨ, ਭੌਂਕਦੇ ਹਨ, ਰੌਲਾ ਬਹੁਤ ਡਰਾਉਣਾ ਪਾਉਂਦੇ ਹਨ। ਕਾਇਲ
ਤਰਕ ਕਰਾਹਤ ਰਾਸ। ਤੁਰਕ ਜਿਹੜੇ ਹਨ ਸਾਧ ਸੰਗਤ ਜੀ, ਉਹ ਵੀ ਜ਼ਖਮੀ ਮੈਦਾਨੇ ਜੰਗ 'ਚ ਪਏ ਹਾਏ ਹਾਏ ਕਰਦੇ ਨੇ, ਕਿਉਂਕਿ ਉਹਨਾਂ ਨੂੰ ਚੁੱਕਣ ਵਾਲਾ ਉਹਨਾਂ ਦਾ ਹੁਣ ਕੋਈ ਸਾਥੀ ਰਿਹਾ ਨਹੀਂ। ਬਾਕੀ ਬਹੁਤ ਸਾਰੀ ਫੌਜ ਤਾਂ ਮਾਰੀ ਗਈ ਤੁਰਕਾਂ ਦੀ, ਜਿਹੜੀ ਥੋੜ੍ਹੀ ਬਾਹਲੀ 200-400 ਬਚੇ ਸੀ ਉਹ ਭੱਜ ਗਏ ਮੈਦਾਨ ਛੱਡ ਕੇ। ਅਤੇ ਵੱਡੇ ਜਰਨੈਲ ਕਾਲੇ ਖਾਨ, ਪੈਂਦੇ ਖਾਨ, ਕੁਤਬ ਖਾਂ, ਅਨਵਰ ਖਾਨ, ਉਸਮਾਨ ਖਾਂ ਸਭ ਮਾਰੇ ਗਏ ਨੇ। ਇਸ ਕਰਕੇ ਤੁਰਕਾਂ ਦੀ ਫੌਜ ਦਾ ਹੁਣ ਕੋਈ ਵਾਲੀ ਵਾਰਸ ਨਹੀਂ ਰਿਹਾ। ਤੁਰਕਾਂ ਦੇ ਸਿਪਾਹੀ ਜਿੱਥੇ ਜਿੱਥੇ ਮੈਦਾਨੇ ਜੰਗ 'ਚ ਡਿੱਗੇ ਪਏ ਨੇ, ਹਾਏ ਪਾਣੀ ਹਾਏ ਪਾਣੀ ਇੱਦਾਂ ਕਹਿੰਦੇ ਹਨ। ਪੁਰ ਮਹਿ ਜਹ ਕਹਿ ਨਰ ਮਿਲ ਬੈਸੇ। ਸ੍ਰੀ ਕਰਤਾਰਪੁਰ ਸਾਹਿਬ ਦੇ ਅੰਦਰ ਲੋਕ ਜਿਹੜੇ ਨੇ, ਕਰਤਾਰਪੁਰ ਦੇ ਗੁਰਸਿੱਖ, ਉਹ ਸਾਰੇ ਇਕੱਠੇ ਹੋਏ ਨੇ। ਬਿਤੀ ਜਥਾ ਬਾਤਨ ਕਰ ਤੈਸੇ। ਜੋ ਅੱਜ ਦੀ ਲੜਾਈ ਹੋਈ ਹੈ ਉਹਦੇ ਬਾਰੇ ਗੱਲਾਂ ਕਰਦੇ ਨੇ। ਅਸ ਸੰਗਰ ਨਹਿ ਭਇਓ ਕਦਾਈ। ਸਾਰੇ ਲੋਕ ਕਹਿੰਦੇ ਨੇ ਲੜਾਈਆਂ ਬੜੀਆਂ ਬੜੀਆਂ ਸੁਣੀਆਂ ਨੇ, ਪਰ ਇਹੋ ਜਿਹਾ ਜੰਗ ਕਿਤੇ ਵੇਖਿਆ ਸੁਣਿਆ ਨਹੀਂ। ਪੰਜ ਪਹਿਰ ਮਹਿ ਦਲ ਸਮੁਦਾਈ। 5 ਪਹਿਰਾਂ ਦੇ ਵਿੱਚ ਇੱਕ ਰਾਤ ਦਾ ਪਹਿਰ ਸੀ, ਚੌਥਾ ਜਦੋਂ ਅੰਮ੍ਰਿਤ ਵੇਲੇ ਤੁਰਕਾਂ ਨੇ ਹੱਲਾ ਕੀਤਾ। 2-2:30 ਵਜੇ ਸਨ ਸਵੇਰੇ ਅੰਮ੍ਰਿਤ ਵੇਲੇ। ਪੈਂਦੇ ਖਾਨ, ਕਾਲੇ ਖਾਨ, ਉਸਮਾਨ ਖਾਨ ਫੌਜਾਂ ਲੈ ਕੇ ਆ ਗਏ। ਉੱਧਰੋਂ ਮਹਾਰਾਜ ਦਾ ਨਿਤਨੇਮ ਦਾ ਟਾਈਮ ਸੀ, ਮਹਾਰਾਜ ਬਾਣੀ ਪੜ੍ਹ ਰਹੇ ਸੀ, ਨਾਮ ਜਪ ਰਹੇ ਸੀ, ਗੁਰੂ ਕੇ ਸਿੱਖ ਕੀਰਤਨ ਦੀ ਤਿਆਰੀ ਕਰ ਰਹੇ ਸੀ। ਇੱਧਰੋਂ ਹੱਲਾ ਹੋ ਗਿਆ ਅਤੇ ਗੁਰੂ ਕੇ ਸਿੱਖਾਂ ਨੂੰ ਉਸ ਵੇਲੇ ਜੰਗ ਸ਼ੁਰੂ ਕਰਨਾ ਪਿਆ। ਯਾਨੀ ਰਾਤ ਦੀ 3-2:30 ਵਜੇ ਦੀ ਲੜਾਈ ਲੱਗੀ। ਦੂਸਰੇ ਦਿਨ ਚੜ੍ਹ ਗਿਆ, ਸ਼ਾਮ ਦੇ 6 ਵੱਜ ਗਏ। ਸਾਰਾ ਦਿਨ 5 ਪਹਿਰ ਲੜਾਈ ਲੱਗੀ ਰਹੀ। 5 ਪਹਿਰਾਂ ਵਿੱਚ ਗੁਰੂ ਸਾਹਿਬ ਨੇ 70-80 ਹਜ਼ਾਰ ਤੁਰਕਾਂ ਦੀ ਫੌਜ ਖਪਾ ਕੇ ਰੱਖ ਦਿੱਤੀ ਹੈ। ਦੋਨੋਂ ਦਿਸ਼ ਤੇ ਲੜ ਲੜ ਮਰੇ। ਦੋਵਾਂ ਪਾਸਿਆਂ ਤੋਂ ਸੂਰਮੇ ਲੜ ਲੜ ਕੇ ਮਰੇ ਹਨ। ਸਿੱਖ ਵੀ ਬਹੁਤ ਸ਼ਹੀਦ ਹੋਏ ਨੇ, ਪਰ ਤੁਰਕਾਂ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਸਤਿਗੁਰ ਬਿਨਾ ਕੌਣ ਅਸ ਕਰੇ। ਸਾਰੇ ਲੋਕ ਕਹਿੰਦੇ ਨੇ ਇਹ ਤਾਂ ਗੁਰੂ ਦੀ ਕਰਾਮਾਤ ਹੈ। ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਇਹੋ ਜਿਹਾ ਜੰਗ ਕੌਣ ਜਿੱਤ ਸਕਦਾ। 1800 ਸਿੱਖ ਸਨ ਗੁਰੂ ਕੋਲ ਲੜਾ ਕੇ। 78000 ਫੌਜ ਸੀ ਤੁਰਕਾਂ ਦੀ। ਕਿਤੇ 78000 ਕਿਤੇ 1800, ਮੇਲ ਬਣਦਾ ਹੀ ਨਹੀਂ। ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਜੰਗ ਜਿੱਤ ਨਹੀਂ ਸਕਦਾ। ਕਈ ਮਾਸ ਲਾ ਮਾਸ ਰਹੇ ਹੈ। ਕਹਿੰਦੇ ਕਈ ਮਹੀਨਿਆਂ ਤੱਕ ਆ ਜਿਹੜਾ ਮਾਸ ਖਿਲਰਿਆ ਪਿਆ ਨਾ, ਆਲੇ ਦੁਆਲੇ ਲਾਸ਼ਾਂ ਖਿਲਰੀਆਂ ਨੇ ਤੁਰਕਾਂ ਦੀਆਂ ਤੇ ਘੋੜਿਆਂ ਦੀਆਂ, ਇਹ ਸਾਂਭੀਆਂ ਨਹੀਂ ਜਾਣੀਆਂ। ਇਹ ਕਈ ਮਹੀਨੇ ਤੱਕ ਇੱਦਾਂ ਬਦਬੂ ਆਵੇਗੀ। ਆਲਾ ਦੁਆਲਾ ਕਰਤਾਰਪੁਰ ਦਾ ਬਹੁਤ ਖਰਾਬ ਹੋ ਗਿਆ ਹੈ। ਅਸਥੀ ਬ੍ਰਿੰਦ ਪਰੇ ਦ੍ਰਿਸ਼ਟਾ ਹੈ। ਮੁਰਦਿਆਂ ਦੇ ਸਰੀਰ ਦੇ ਹੱਡ ਪਏ ਨਜ਼ਰ ਆਉਣਗੇ, ਘੋੜਿਆਂ ਦੇ ਹੱਡ ਨਜ਼ਰ ਆਉਣਗੇ। ਮਨ ਸਤਿਗੁਰ ਕਹਿ ਭਈ ਗਿਲਾਨ। ਤੇ ਗੁਰੂ ਸਾਹਿਬ ਦੇ ਮਨ 'ਚ ਵੀ ਹੁਣ ਗਿਲਾਨੀ ਹੋ ਗਈ। ਇਸ ਧਰਤੀ ਤੇ ਇੰਨਾ ਖੂਨ ਡੁੱਲਿਆ, ਇੰਨੀਆਂ ਲਾਸ਼ਾਂ ਸਾਂਭੀਆਂ ਨਹੀਂ ਜਾ ਸਕਦੀਆਂ। ਇੰਨੇ ਬੰਦੇ ਸਾਧ ਸੰਗਤ ਜੀ ਮਰ ਗਏ ਹਨ ਵੀ ਉਹਨਾਂ ਦੀਆਂ ਲਾਸ਼ਾਂ ਤੇ ਘੋੜਿਆਂ ਦੀਆਂ ਲਾਸ਼ਾਂ ਕਿੱਥੇ ਸੁੱਟੀਏ, ਕਿੱਥੇ ਦਫਨਾਈਏ। ਮੁਸਲਮਾਨਾਂ ਦੇ ਤਰੀਕੇ 'ਚ ਦਫਨਾਉਣਾ ਪੈਂਦਾ। ਫਿਰ ਉਹ ਇੰਨੀਆਂ ਲਾਸ਼ਾਂ ਦੇ ਟੋਏ ਕੌਣ ਪੁੱਟੇ, ਕਬਰਾਂ ਪੁੱਟ ਕੇ ਫਿਰ ਦਫਨ ਕਰਨੀ ਹੈ। ਬੜਾ ਔਖਾ ਕੰਮ ਹੋ ਗਿਆ ਹੈ। ਹਾਂਜੀ, ਬਹੁ ਬਦਬੋਏ ਪ੍ਰਾਤ ਲੌਠਾਨ। ਸਤਿਗੁਰੂ ਜੀ ਨੇ ਜਾਣ ਲਿਆ ਵੀ ਸਵੇਰ ਤੱਕ ਬੜੀ ਬਦਬੂ ਆਣੀ ਹੈ, ਬਹੁਤ ਕੰਮ ਖਰਾਬ ਹੋ ਜਾਣਾ ਹੈ। ਕਰਤਾਰਪੁਰ 'ਚ ਬਿਮਾਰੀ ਫੈਲ ਸਕਦੀ ਹੈ। ਰਹਿਓ ਨਾ ਜਾਏ ਨਗਰ ਕੇ ਮਾਹੀ। ਸ੍ਰੀ ਕਰਤਾਰਪੁਰ ਸਾਹਿਬ 'ਚ ਰਿਹਾ ਨਹੀਂ ਜਾਣਾ। ਕਿਸੇ ਪਿੰਡ ਦੇ ਲਾਗੇ ਕੋਈ ਕੁੱਤਾ ਮਰਿਆ ਹੋਵੇ ਨਾ, ਉਹਦੀ ਬਦਬੂ ਸਾਰੇ ਪਿੰਡ ਨੂੰ ਸਹਿਣੀ ਔਖੀ ਹੋ ਜਾਂਦੀ, ਕਿਉਂਕਿ ਮਾਸ ਜਦੋਂ ਗਲਦਾ ਸੜਦਾ 'ਚ ਬੜੀ ਭੈੜੀ ਬਦਬੂ ਆਉਂਦੀ ਹੈ। ਅਤੇ ਜੇ ਇੰਨੇ ਘੋੜੇ ਮਰੇ, ਇੰਨੇ ਬੰਦੇ ਮਰੇ, ਇਹਨਾਂ ਦੀ ਤਾਂ ਬਹੁਤ ਜ਼ਿਆਦਾ ਬਦਬੂ ਫੈਲੇਗੀ। ਕਰਤਾਰਪੁਰ ਦੇ ਵਿੱਚ ਰਹਿਣਾ ਸਾਡੇ ਲਈ ਮੁਸ਼ਕਲ ਹੋ ਜਾਵੇਗਾ। ਸਤਿਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਸੋਚਦੇ ਹਨ, ਕੁਛ ਉਪਾਏ ਇਸ ਕੋ ਹੋਏ ਨਾਹੀ। ਇਹਦਾ ਕੋਈ ਉਪਾਅ ਨਹੀਂ ਹੋ ਸਕਦਾ, ਇਹਦਾ ਕੋਈ ਮਸਲੇ ਦਾ ਹੱਲ ਨਹੀਂ ਹੈ। ਕੋਈ ਨੇੜੇ ਨਦੀ ਵਗਦੀ ਹੁੰਦੀ ਤੇ ਰੋੜ ਦਿੰਦੇ ਇਹਨਾਂ ਨੂੰ,
ਜੇ ਲਾਸ਼ਾਂ ਥੋੜ੍ਹੀਆਂ ਹੁੰਦੀਆਂ ਟੋਆ ਪੱਟ ਕੇ ਦੱਬ ਦਿੰਦੇ। ਇੰਨੀਆਂ 78,000 ਲਾਸ਼ਾਂ ਨੂੰ ਦੱਬਣਾ, ਸਾੜਨਾ ਜਾਂ ਇਹਨਾਂ ਨੂੰ ਕਿਸੇ ਤਰੀਕੇ ਨਾਲ ਰਫਾ ਦਫਾ ਕਰਨਾ ਬੜਾ ਮੁਸ਼ਕਲ ਹੈ। ਇਕ ਤਾਂ ਇਹੋ ਕਾਰਨ ਮਨ ਜਾਣਾ। ਇੱਕ ਤਾਂ ਇਹ ਬੜਾ ਵੱਡਾ ਕਾਰਨ ਹੈ ਵੀ ਕਰਤਾਰਪੁਰ 'ਚ ਹੁਣ ਰਹਿਣ ਦਾ, ਇੱਥੇ ਵਸੇਬਾ ਕਰਨ ਦਾ ਸਮਾਂ ਬਣਿਆ ਰਹਿਣਾ ਔਖਾ ਹੈ, ਕਿਉਂਕਿ ਲਾਸ਼ਾਂ ਦੀ ਬਦਬੂ ਇੱਥੇ ਰਹਿਣ ਨਹੀਂ ਦੇਵੇਗੀ। ਬਿਮਾਰੀਆਂ ਫੈਲ ਜਾਣਗੀਆਂ, ਇੱਥੇ ਲੋਕ ਰਹਿਣ ਵਾਲੇ ਤੰਗ ਹੋਣਗੇ। ਇਹ ਬਹੁਤ ਵੱਡਾ ਕਾਰਨ ਗੁਰੂ ਸਾਹਿਬ ਜੀ ਨੇ ਵਿਚਾਰਿਆ ਹੈ। ਦਤੀਏ ਬੁੱਢਣ ਸ਼ਾਹ ਪਛਾਨਾ। ਦੂਜਾ ਹੈ ਬਾਬਾ ਬੁੱਢਣ ਸ਼ਾਹ ਜੀ, ਗੁਰੂ ਮਹਾਰਾਜ ਦੇ ਪ੍ਰੇਮੀ ਹਨ ਬਹੁਤ ਜ਼ਿਆਦਾ। ਉਹ ਕੀਰਤਪੁਰ ਸਾਹਿਬ ਦੇ ਲਾਗੇ ਪਹਾੜਾਂ 'ਚ ਰਹਿੰਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲੇ ਸਨ, ਬੇਨਤੀ ਕੀਤੀ ਮਹਾਰਾਜ ਮੇਰੇ ਕੋਲ ਰਹੋ ਤੇ ਦੁੱਧ ਪੀਓ। ਮਹਾਰਾਜ ਕਹਿੰਦੇ 6ਵੇਂ ਜਾਮੇ 'ਚ ਦੁੱਧ ਪੀਵਾਂਗੇ। ਪੀਰ ਬੁੱਢਣ ਸ਼ਾਹ ਹੁਣ ਉਡੀਕ ਰਿਹਾ ਵੀ ਗੁਰੂ ਸਾਹਿਬ ਆਉਣਗੇ ਤੇ ਮੈਂ ਸਰੀਰ ਛੱਡਾਂਗਾ। ਪੀਰ ਬੁੱਢਣ ਸ਼ਾਹ ਦੀ ਭਾਵਨਾ ਜਾਣ ਕੇ ਅੰਤ ਸਮਾਂ ਪਹੁੰਚਿਓ ਤਿਸ ਆਈ। ਨਾਲੇ ਪੀਰ ਬੁੱਢਣ ਸ਼ਾਹ ਦਾ ਅੰਤ ਸਮਾਂ ਆ ਗਿਆ ਹੈ, ਅਖੀਰਲਾ ਸਮਾਂ ਸਰੀਰ ਛੱਡਣ ਦਾ, ਜੋਤੀ ਜੋਤ ਸਮਾਉਣ ਦਾ, ਉਹਨਾਂ ਮਹਾਂਪੁਰਸ਼ਾਂ ਦਾ ਪਰਲੋਕ ਗਮਨ ਕਰਨ ਦਾ ਸਮਾਂ ਆ ਗਿਆ ਹੈ। ਦਰਸ਼ਨ ਚਾਹਤ ਬੈਸ ਬਿਤਾਈ। ਜਿਹੜੇ ਸਾਰੀ ਉਮਰ ਤੋਂ ਉਡੀਕਦੇ ਵੀ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ, ਅੰਤਲੇ ਸਮੇਂ ਮਹਾਰਾਜ 6ਵੇਂ ਪਾਤਸ਼ਾਹ ਦਰਸ਼ਨ ਦੇਣਗੇ, ਉਹਨਾਂ ਦੀ ਉਮਰ ਇਸੇ ਉਡੀਕ 'ਚ ਲੰਘ ਗਈ ਹੈ। ਤਿਸ ਕੀ ਆਸਾ ਪੂਰਨ ਹੇਤ। ਉਸ ਪੀਰ ਬੁੱਢਣ ਸ਼ਾਹ ਫਕੀਰ ਮੁਸਲਮਾਨ ਸਾਧੂ ਦੀ ਆਸਾ ਪੂਰੀ ਕਰਨ ਵਾਸਤੇ ਚੜਨ ਚਾਹਿਓ ਗੁਰ ਕਿਰਪਾ ਨਿਕੇਤ। ਮਹਾਰਾਜ ਧੰਨ ਵੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਜਾਣਾ ਚਾਹੁੰਦੇ ਨੇ। ਤ੍ਰਿਤੀਏ ਜੇਤਕ ਗ੍ਰਾਮ ਸਮੀਪ। ਤੀਸਰੀ ਗੱਲ ਇਹ ਵੀ ਹੈ ਵੀ ਜਿਹੜੇ ਕਰਤਾਰਪੁਰ ਦੇ ਲਾਗੇ ਹੋਰ ਪਿੰਡ ਹਨ, ਉਤੇ ਹਜ਼ਾਰਾਂ ਥਾਨ ਮਹੀਪ। ਉੱਥੇ ਬਹੁਤ ਜਿਹੜੀਆਂ ਥਾਵਾਂ ਹਨ ਆਲੇ ਦੁਆਲੇ, ਉਹ ਜਿਹੜੇ ਉੱਥੋਂ ਦੇ ਛੋਟੇ ਮੋਟੇ ਨਗਰ ਹਨ, ਪਿੰਡ ਹਨ। ਲੜਤ ਜੰਗ ਮਹਿ ਸੋ ਸਭ ਮਾਰੇ। ਉੱਥੋਂ ਦੇ ਜਿਹੜੇ ਰਾਜੇ ਸਨ, ਛੋਟੇ ਮੋਟੇ ਪਠਾਨ ਸਨ, ਹਾਕਮ ਸਨ, ਉਹ ਗੁਰੂ ਸਾਹਿਬ ਨੇ ਜੰਗ 'ਚ ਮਾਰ ਦਿੱਤੇ। ਕਰਤਾਰਪੁਰ ਦੇ ਲਾਗੇ ਜਲੰਧਰ ਦਾ ਬੇਨ ਸੂਬੇਦਾਰ ਕੁਤਬ ਖਾਂ ਮਾਰ ਦਿੱਤਾ। ਖੋਜਾ ਅਨਵਰ ਖਾਂ ਵੀ ਜਲੰਧਰ ਹੀ ਰਹਿੰਦਾ ਸੀ, ਉਹ ਵੀ ਮਾਰ ਦਿੱਤਾ। ਪਸ਼ਾਵਰ ਦਾ ਸੂਬੇਦਾਰ ਕਾਲੇ ਖਾਂ ਮਾਰਤਾ। ਤੇ ਗੁਰੂ ਸਾਹਿਬ ਨੇ ਆਪ ਪਾਲਿਆ ਸੀ ਪੈਂਦੇ ਖਾਂ, ਉਹ ਵੀ ਇੱਥੇ ਛੋਟੇ ਮੀਰ ਪਿੰਡ ਦਾ ਸੀਗਾ। ਪੈਂਦੇ ਖਾਂ, ਉਹਦਾ ਜਵਾਈ ਉਸਮਾਨ ਖਾਂ, ਸਭ ਮਾਰੇ ਗਏ ਨੇ। ਉਤੋਂ ਹਜ਼ਾਰਾਂ ਥਾਨ ਮਹੀਪ। ਜਿਹੜੇ ਹਜ਼ਾਰਾਂ ਥਾਂ ਦੇ ਸਨ ਰਾਜੇ ਮਹਾਰਾਜੇ ਛੋਟੇ ਮੋਟੇ, ਸਭ ਮਾਰੇ ਗਏ ਨੇ। ਲੜਤ ਜੰਗ ਮਹਿ ਸੋ ਸਭ ਮਾਰੇ। ਉਹ ਜੰਗ 'ਚ ਗੁਰੂ ਸਾਹਿਬ ਨੇ ਆਪ ਮਾਰੇ ਹਨ, ਆਪਣੇ ਹੱਥੀਂ ਮਾਰੇ ਹਨ। ਸੰਬੰਧੀ ਤਿਨ ਕੇਰ ਪਛਾਰੇ। ਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਪਿੱਛੇ ਬਚ ਗਏ ਹਨ ਸੰਬੰਧੀ, ਰਚ ਹੈ ਦਵੈਸ਼ ਬਲ ਛਲ ਕੇ ਸੰਗ। ਉਹ ਗੁਰੂ ਘਰ ਨਾਲ ਹੁਣ ਵੈਰ ਵਿਰੋਧ ਕਰਨਗੇ, ਦਵੈਸ਼ ਕਰਨਗੇ, ਧੋਖੇ ਧੜੀਆਂ ਬੇਈਮਾਨੀਆਂ ਕਰਿਆ ਕਰਨਗੇ, ਪਰੇਸ਼ਾਨ ਕਰਨਗੇ ਸਿੱਖਾਂ ਨੂੰ। ਮਰੇ ਬ੍ਰਿੰਦ ਤੇ ਹੋਏ ਮਨ ਭੰਗ। ਕਿਉਂਕਿ ਜਿਨ੍ਹਾਂ ਦੇ ਪਿੰਡਾਂ ਵਿੱਚ ਲਾਸ਼ਾਂ ਗਈਆਂ ਨੇ, ਜਿਨ੍ਹਾਂ ਦੇ ਪਿੰਡਾਂ ਦੇ ਬੰਦੇ ਇਸ ਜੰਗ 'ਚ ਆਏ ਹੋਏ ਮਰ ਗਏ ਨੇ, ਉਹ ਘੱਟ ਥੋੜ੍ਹਾ ਗੁਜ਼ਾਰਨਗੇ। ਉਹ ਹੁਣ ਗੁਰੂ ਘਰ ਨਾਲ ਦਵੈਸ਼ ਰੱਖਣਗੇ। ਇਤਿਆਦਿਕ ਕਾਰਨ ਕੁਛ ਔਰ। ਇਸ ਤਰ੍ਹਾਂ ਦੇ ਹੋਰ ਵੀ ਕਈ ਕਾਰਨ ਹਨ। ਇੱਕ ਤਾਂ ਸਭ ਤੋਂ ਵੱਡਾ ਕਾਰਨ ਹੈ ਵੀ ਇੱਥੇ ਲਾਸ਼ਾਂ ਜਿਹੜੀਆਂ ਨੇ ਜ਼ਿਆਦਾ ਖਿਲਰੀਆਂ ਹੋਈਆਂ ਨੇ, ਇਹਦੇ ਨਾਲ ਬਿਮਾਰੀ ਫੈਲਣੀ ਹੈ, ਇੱਥੇ ਰਹਿ ਹੋਣਾ ਨਹੀਂ। ਦੂਸਰਾ ਕਾਰਨ ਪੀਰ ਬੁੱਢਣ ਸ਼ਾਹ ਜੀ, ਉਹ ਮੁਸਲਮਾਨ ਫਕੀਰ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸਾਡੀ ਉਡੀਕ ਕਰ ਰਿਹਾ ਹੈ। ਉਸ ਮਹਾਂਪੁਰਸ਼ ਨੂੰ ਵੀ ਦਰਸ਼ਨ ਦੇਣੇ ਹਨ। ਤੀਸਰਾ, ਇੱਥੇ ਆਲੇ ਦੁਆਲੇ ਦੇ ਲੋਕਾਂ ਦੇ ਮਨ 'ਚ ਹੁਣ ਜੇ ਇੱਥੇ ਰਵਾਂਗੇ ਤੇ ਈਰਖਾ ਜ਼ਿਆਦਾ ਹੋਵੇਗੀ। ਚਿਤਵਤ ਭੇ ਸੋਢੀ ਸਿਰਮੌਰ। ਇਹ ਸਾਰੀਆਂ ਗੱਲਾਂ ਮਹਾਰਾਜ ਸੋਢੀ ਸਿਰਮੌਰ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਚਾਰੀਆਂ ਹਨ। ਵਿਧੀ ਚੰਦ ਕੋ ਨਿਕਟ ਹਕਾਰਾ। ਫਿਰ ਬਾਬਾ ਵਿਧੀ ਚੰਦ ਜੀ ਨੂੰ ਆਪਣੇ ਕੋਲ ਬੁਲਾਇਆ ਸਤਿਗੁਰੂ ਜੀ ਨੇ। ਕਹਿਤ ਭਏ ਹਮ ਕੀਨ ਸਤਿਆਰਾ। ਕਹਿਣ ਲੱਗੇ ਵਿਧੀ ਚੰਦ ਜੀ, ਅਸੀਂ ਤਿਆਰੀ ਕਰ ਲਈ ਹੈ, ਅਸੀਂ ਹੁਣ ਕਰਤਾਰਪੁਰ ਨਹੀਂ ਰਹਿਣਾ।
ਕੀਰਤਪੁਰ ਬਹਿ ਪਹੁੰਚੇ ਹਜਾਈ। ਅਸੀਂ ਪਹਾੜ ਦੀ ਤਰਾਈ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਜਿੱਥੋਂ ਸ਼ੁਰੂ ਹੁੰਦੀਆਂ ਨੇ, ਉਹ ਜੋ ਧਰਤੀ ਹੈ, ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਉੱਥੇ ਕੀਰਤਨ ਕੀਤਾ ਸੀਗਾ। ਇਹ ਕੀਰਤਨਪੁਰ ਸਾਹਿਬ ਨਾਮ ਇਸੇ ਕਰਕੇ ਪਿਆ ਵੀ ਮਹਾਰਾਜ ਆ ਕੇ ਬਾਲੇ ਮਰਦਾਨੇ ਸਮੇਤ ਇੱਥੇ ਬੈਠ ਕੇ, ਜਿੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਹੈ, ਤੇ ਲਗਾਤਾਰ ਮਹਾਰਾਜ ਕੀਰਤਨ ਕਰੀ ਗਏ, ਕੀਰਤਨ ਕਰੀ ਗਏ। ਕੀਰਤਨ ਰੂਪ ਹੀ ਸਨ ਸਤਿਗੁਰੂ। ਕੀਰਤਨ ਕਰਦਿਆਂ ਨੂੰ ਪੀਰ ਬੁੱਢਣ ਸ਼ਾਹ ਨੇ ਵੇਖਿਆ, ਕੀਰਤਨ ਸੁਣ ਕੇ ਮਨ ਨਿਰਮਲ ਹੋ ਗਿਆ, ਸੱਚੇ ਪਾਤਸ਼ਾਹ ਮਹਾਰਾਜ ਦਾ ਸੇਵਕ ਬਣ ਗਿਆ। ਤੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਗਰੀਬ ਨਵਾਜ ਇੱਥੇ ਹੀ ਆਸਣ ਲਾ ਲਓ, ਮੇਰੇ ਕੋਲ ਹੀ ਰੁਕ ਜਾਓ। ਮਹਾਰਾਜ ਕਹਿੰਦੇ ਤੇਰੇ ਕੋਲ ਹੀ ਆ, 6ਵੇਂ ਜਾਮੇ ਜਾਵਾਂਗੇ, ਇੱਥੇ ਹੀ ਰਵਾਂਗੇ। ਉਹ ਹੁਣ ਸਮਾਂ ਨੇੜੇ ਆ ਗਿਆ। ਉਹ ਸਾਰੀਆਂ ਗੱਲਾਂ ਮਹਾਰਾਜ ਕਹਿੰਦੇ ਵਿਚਾਰ ਕੇ, ਭਾਈ ਬਿਧੀ ਚੰਦ ਜੀ ਅਸੀਂ ਕੀਰਤਪੁਰ ਜਾਵਾਂਗੇ, ਚਾਹੋ ਸਦਨ ਤੂੰ ਬਿਲਮ ਬਿਹਾਈ। ਤੁਸੀਂ ਇੱਦਾਂ ਕਰੋ, ਬਿਨਾਂ ਦੇਰੀ ਦੇ ਛੇਤੀ ਨਾਲ ਸਾਡੇ ਮਹਿਲਾਂ 'ਚ ਜਾਓ। ਸਯੰਦਨ ਡੋਰੇ ਤਿਆਰ ਕਰੀਜੈ। ਸਾਡੀ ਸਾਰੀ ਜੋ ਸਾਡਾ ਪਰਿਵਾਰ ਹੈ, ਸਾਡੇ ਮਹਿਲ ਹਨ, ਸਾਡੀਆਂ ਮਹਾਰਾਜ ਧਰਮ ਪਤਨੀਆਂ, ਮਾਤਾ ਨਾਨਕੀ ਜੀ, ਪੂਜਨੀਕ ਮਾਤਾ ਮਰਵਾਈ ਜੀ, ਮਾਂ ਦੇਵੀ ਜੀ ਵੀ ਕਹਿ ਦਿੰਦੇ ਆ। ਨਾਮ ਮਾਂ ਦੇਵੀ ਸੀ ਪਰ ਗੋਤ ਮਰਵਾਈ ਸੀ, ਇਸ ਕਰਕੇ ਮਰਵਾਈ ਕਹਿ ਦਿੰਦੇ। ਉਹਨਾਂ ਨੂੰ ਕਹੋ ਵੀ ਸਾਰਾ ਸਮਾਨ ਡੋਲਿਆਂ ਤੇ, ਗੱਡਿਆਂ ਤੇ, ਰੇੜਿਆਂ ਤੇ ਲੱਦ ਲੈਣ ਘਰ ਦਾ। ਬਹਿਲਨ ਵਸਤ ਸਕਟ ਭਰ ਲੀਜੈ। ਗੱਡਿਆਂ ਦੇ ਉੱਤੇ ਗੜਬਹਿਲਾਂ ਤੇ ਸਮਾਨ ਲੱਦ ਲਓ, ਭਾਂਡਾ ਕੱਪੜਾ ਜੋ ਵੀ ਚੁੱਕਣਾ ਹੈ। ਕਰੋ ਨ ਲਾਲਚ ਪ੍ਰਿਯ ਵਥ ਲੀਜੈ। ਬਹੁਤ ਲਾਲਚ ਨਾ ਕਰੋ ਸਮਾਨ ਦਾ। ਜਿਹੜੀਆਂ ਬਹੁਤ ਜ਼ਰੂਰੀ ਚੀਜ਼ਾਂ ਨੇ, ਜਿਨ੍ਹਾਂ ਤੋਂ ਬਿਨਾਂ ਸਰਦਾ ਨਹੀਂ, ਉਹ ਲੈ ਲਓ, ਬਾਕੀ ਸਮਾਨ ਪਿਆ ਰਹਿਣ ਦਿਓ ਸਾਰਾ। ਹਾਂਜੀ, ਅਪਰ ਸਰਬ ਹੀ ਤਿਆਗਨ ਕੀਜੈ। ਬਾਕੀ ਸਾਰਾ ਕੁਝ ਛੱਡ ਦਿਓ, ਲੋੜੀਂਦਾ ਸਮਾਨ ਲੈ ਕੇ ਤੇ ਆਪਾਂ ਚਾਲਾ ਮਾਰੀਏ। ਬਹਿਰ ਗੰਗਸਰ ਪਰ ਹਮ ਖਰੇ। ਮਹਾਰਾਜ ਕਹਿੰਦੇ ਅਸੀਂ ਇੱਥੇ ਬਾਹਰ ਗੰਗਸਰ ਖੂਹ ਤੇ ਖੜੇ। ਸ੍ਰੀ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਕਈ ਗੁਰਦੁਆਰੇ ਹਨ, ਜਿੱਥੇ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਥੰਮ ਸਾਹਿਬ ਬਣਾਇਆ। ਉਹ ਥੰਮ ਸਾਹਿਬ ਗੁਰਦੁਆਰਾ ਹੈ, ਹਵੇਲੀ ਹੈ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਜਿੱਥੇ ਰਹਿੰਦੇ ਰਹੇ, 5ਵੇਂ ਪਾਤਸ਼ਾਹ ਰਹਿੰਦੇ ਰਹੇ। ਅੱਜ ਕੱਲ੍ਹ ਉਹਦੇ ਵਿੱਚ ਬਾਬਾ ਧੀਰਮਲ ਜੀ ਦਾ ਪਰਿਵਾਰ, ਸੋਢੀ ਸਾਹਿਬਜ਼ਾਦੇ ਰਹਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਭਾਈ ਗੁਰਦਾਸ ਜੀ ਵਾਲਾ ਉਹਨਾਂ ਕੋਲ ਹੀ ਹੈ, ਇਸ ਕਰਕੇ ਉਹਨੂੰ ਕਰਤਾਰਪੁਰੀ ਬੀੜ ਕਹਿੰਦੇ ਹਨ। ਉਹਨਾਂ ਕੋਲ ਹੀ ਡੇਰਾ ਬਾਬਾ ਵਡਭਾਗ ਸਿੰਘ ਜੀ ਦਾ ਬੰਦੋਬਸਤ ਹੈ। ਸੋ ਉਹ ਜਗ੍ਹਾ ਤੋਂ ਇਲਾਵਾ ਹੋਰ ਮਾਤਾ ਕੌਲਾਂ ਦੀ ਸਮਾਧ ਵੀ ਉੱਥੇ ਹੈ। ਮਾਤਾ ਕੌਲਾਂ ਜੀ ਵੀ ਉੱਥੇ ਹੀ ਚੋਲਾ ਛੱਡਿਆ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਉਸੇ ਕਰਤਾਰਪੁਰ ਦੇ ਵਿੱਚ ਮਾਤਾ ਗੁਜਰੀ ਜੀ ਨਾਲ ਹੋਇਆ ਸੀ, ਉਹ ਸਥਾਨ ਵੀ ਹੈ। ਮਹਾਰਾਜ ਕਹਿੰਦੇ ਅਸੀਂ ਬਾਹਰ ਗੰਗਸਰ ਖੜੇ, ਬਾਹਰ ਗੰਗਸਰ ਖੂਹ ਹੈ। ਕਰਤਾਰਪੁਰ ਜਦੋਂ ਜਾਓ ਜ਼ਰੂਰ ਦਰਸ਼ਨ ਕਰਨੇ ਚਾਹੀਦੇ। ਕਰਤਾਰਪੁਰ ਸਾਹਿਬ, ਖੰਡੂਰ ਸਾਹਿਬ, ਗੋਇੰਦਵਾਲ ਸਾਹਿਬ, ਡੇਰਾ ਬਾਬਾ ਨਾਨਕ, ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ, ਹਜੂਰ ਸਾਹਿਬ, ਪਟਨਾ ਸਾਹਿਬ, ਦਮਦਮਾ ਸਾਹਿਬ, ਇਹ ਕੁਝ ਗੁਰਦੁਆਰੇ ਇਹੋ ਜਿਹੇ ਨੇ ਜਿੱਥੇ ਸਾਧ ਸੰਗਤ ਜੀ ਗਲੀਆਂ ਵਿੱਚ ਬਹੁਤ ਗੁਰਦੁਆਰੇ ਇਤਿਹਾਸੀ ਨੇ। ਵੈਸੇ ਤਾਂ ਪਿੰਡਾਂ ਵਿੱਚ ਵੀ, ਪੰਜਾਬ 'ਚ, ਸ਼ਹਿਰਾਂ 'ਚ ਹਰ ਜਗ੍ਹਾ 'ਤੇ ਮਹਾਰਾਜ ਦੇ ਇਤਿਹਾਸੀ ਸਥਾਨ ਨੇ, ਪਰ ਵੱਡੀਆਂ ਜਿਹੜੀਆਂ ਗੁਰੂ ਦੀਆਂ ਨਗਰੀਆਂ ਨੇ, ਗੁਰੂ ਦੀਆਂ ਪੁਰੀਆਂ ਨੇ, ਉਹਨਾਂ ਵਿੱਚ ਕਰਤਾਰਪੁਰ ਜਲੰਧਰ ਵਾਲਾ ਵਿਸ਼ੇਸ਼ ਹੈ। ਬਾਹਰਲੇ ਪਾਸੇ ਗੰਗਸਰ ਖੂਹ 5ਵੇਂ ਪਾਤਸ਼ਾਹ ਨੇ ਲਵਾਇਆ ਸੀ। ਮਹਾਰਾਜ ਨੇ ਕਿਹਾ ਇੱਥੇ ਇਸ਼ਨਾਨ ਕਰ ਲਓ, ਗੰਗਾ ਦਾ ਫਲ ਇੱਥੇ ਹੀ ਮਿਲ ਜਾਏਗਾ। ਇੱਕ ਮੇਰੇ ਵਰਗਾ ਸ਼ੰਕਾਬਾਦੀ ਕਹਿੰਦਾ ਨਹੀਂ ਮੈਂ ਤਾਂ ਗੰਗਾ ਜਾਣਾ। ਮਹਾਰਾਜ ਕਹਿੰਦੇ ਚੰਗਾ, ਸਾਡੀ ਗੱਡੀ ਲੈ ਜਾ, ਸਾਡੇ ਵਾਸਤੇ ਵੀ ਗੰਗਾ ਜਲ ਲਈ ਆਵੀਂ। ਉਹਨੇ ਬਚਨ ਨਹੀਂ ਮੰਨਿਆ, ਗੰਗਾ 'ਤੇ ਚਲਾ ਗਿਆ। ਉੱਥੇ ਇਸ਼ਨਾਨ ਕਰਕੇ ਜਦੋਂ ਮਹਾਰਾਜ ਵਾਸਤੇ ਜਲ ਭਰਨ ਲੱਗਾ, ਗੰਗਾ 'ਚੋਂ ਗੜਵੀ ਤੇਜ਼ ਸੀਗਾ ਪਾਣੀ, ਉਹ ਹੱਥੋਂ ਛੁੱਟ ਗਈ। ਜਦੋਂ ਜਲ ਉਹ ਨਾ ਲਿਆ ਸਕਿਆ, ਵਾਪਸ ਆਇਆ ਤੇ ਮਹਾਰਾਜ ਕਹਿੰਦੇ ਗੰਗਾ ਜਲ ਲੈ ਆਈ ਸੀ ਜੀ। ਕਹਿੰਦਾ ਮਹਾਰਾਜ ਗੰਗਾ ਜਲ ਕੀ ਲਿਆਉਣਾ, ਤੁਹਾਡੀ ਗੜਵੀ ਮੇਰੇ ਹੱਥੋਂ ਛੁੱਟ ਗਈ। ਮਹਾਰਾਜ ਕਹਿੰਦੇ ਖੂਹ 'ਚ ਨਿਗਾਹ ਮਾਰੀ ਜਰਾ। ਜਦੋਂ ਉਹਨੇ ਗੰਗਸਰ ਖੂਹ 'ਚ ਨਿਗਾਹ ਮਾਰੀ ਤੇ ਗੜਵੀ ਉੱਥੇ ਵਿੱਚ ਗੋਲੇ ਖਾਂਦੀ ਪਾਣੀ ਦੇ ਵਿੱਚ। ਕਹਿੰਦਾ ਗੜਵੀ ਤੇ ਉਹੀ ਹੈ। ਮਹਾਰਾਜ ਕਹਿੰਦੇ ਤੈਨੂੰ ਆਖਿਆ ਸੀ ਵੀ ਇੱਥੇ ਗੰਗਾ ਆਉਂਦੀ, ਇੱਥੇ ਇਸ਼ਨਾਨ ਕਰ ਲੈ, ਤੂੰ ਮੰਨਿਆ ਨਹੀਂ, ਇੰਨੀ ਦੂਰ ਤੁਰ ਕੇ ਗਿਆ। ਗੁਰੂ ਕੇ ਸਿੱਖਾਂ ਵਾਸਤੇ ਉਹੀ ਸਥਾਨ ਗੰਗਾ ਹੈ ਜਿੱਥੇ ਗੁਰੂ ਦੇ ਚਰਨ ਪੈ ਜਾਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਇਸ ਕਰਕੇ ਉਹਦਾ ਨਾਮ ਗੰਗਸਰ ਹੈ। ਮਹਾਰਾਜ ਕਹਿੰਦੇ ਅਸੀਂ ਗੰਗਸਰ ਖੂਹ ਤੇ ਖੜਾਂਗੇ, ਤੋਹੇ ਪ੍ਰਤੀਖਿਆ ਥਿਰਤਾ ਕਰੇ। ਵਿਧੀ ਚੰਦ ਅਸੀਂ ਤੈਨੂੰ ਉਡੀਕਾਂਗੇ ਇੱਥੇ ਖੜ ਕੇ, ਛੇਤੀ ਨਾਲ ਜਾ, ਸਾਡੇ ਮਹਿਲਾਂ ਨੂੰ, ਸਾਡੀਆਂ ਨੂੰਹਾਂ ਨੂੰ, ਸਾਡੇ ਬੱਚਿਆਂ ਨੂੰ ਲੈ ਕੇ ਆ ਜਾ। ਜਥਾ ਜੋਗ ਦੀ ਜਹ ਅਸਵਾਰੀ। ਆਹ ਸਾਰਿਆਂ ਨੂੰ ਸਵਾਰੀ ਦੇਣੀ ਹੈ, ਜਿਹੋ ਜੀ ਜਥਾ ਜੋਗ ਸਾਡੇ ਮਹਿਲਾਂ ਵਾਸਤੇ, ਸਾਡੀਆਂ ਨੂੰਹਾਂ ਵਾਸਤੇ ਪਾਲਕੀਆਂ ਦਾ ਬੰਦੋਬਸਤ ਕਰਕੇ ਉਹਨਾਂ ਨੂੰ ਖਾਸਿਆਂ 'ਚ ਬਿਠਾ ਕੇ ਲਿਆਓ। ਅਨਹੁ ਸੰਗ ਸਰਬ ਕਰ ਤਿਆਰੀ। ਸਾਰੀਆਂ ਚੀਜ਼ਾਂ ਤਿਆਰ ਕਰਕੇ ਲਿਆਓ। ਵਿਧੀ ਚੰਦ ਸੁਨ ਗਮਨਿਓ ਤੂਰਨ। ਬਾਬਾ ਵਿਧੀ ਚੰਦ ਜੀ ਮਹਾਰਾਜ ਦਾ ਹੁਕਮ ਮੰਨ ਕੇ ਉਸੇ ਵੇਲੇ ਗੁਰੂ ਕੇ ਮਹਿਲਾਂ 'ਚ ਗਏ ਹਨ ਕਰਿਓ ਸੁਨਾਏ ਹੁਕਮ ਗੁਰਪੂਰਨ। ਤੇ ਮਹਾਰਾਜ ਦਾ ਹੁਕਮ ਗੁਰੂ ਦੇ ਪਰਿਵਾਰ ਨੂੰ ਸੁਣਾਇਆ ਵੀ ਸਤਿਗੁਰੂ ਜੀ ਦਾ ਹੁਕਮ ਇਹ ਹੈ, ਸਾਰਾ ਪਰਿਵਾਰ ਤਿਆਰੀ ਕਰ ਲਓ, ਇੱਥੇ ਨਹੀਂ ਰਹਿਣਾ, ਕੀਰਤਪੁਰ ਸਾਹਿਬ ਜਾਣਾ ਹੈ ਸਾਰਿਆਂ ਨੇ। ਦੋਹਰਾ ਸੁਨ ਮਰਵਾਹੀ ਨਾਨਕੀ। ਮਾਤਾ ਮਰਵਾਈ ਤੇ ਮਾਤਾ ਨਾਨਕੀ ਦੋਵੇਂ ਸਿਆਣੀਆਂ ਸਨ। ਵੱਡੇ ਮਹਿਲ ਸਨ ਮਾਤਾ ਦਮੋਦਰੀ ਜੀ, ਉਹ ਪਹਿਲਾਂ ਚਾਲਾ ਮਾਰ ਕੇ ਸੱਚਖੰਡ ਚਲੇ ਗਏ ਸਨ। ਉਹਨਾਂ ਦੇ ਛੋਟੇ ਸਨ ਮਾਤਾ ਨਾਨਕੀ ਜੀ ਤੇ ਉਸ ਤੋਂ ਛੋਟੇ ਮਾਤਾ ਮਰਵਾਈ ਜੀ। ਮਰਵਾਈ ਤੇ ਮਾਤਾ ਨਾਨਕੀ ਨੇ ਸਿਆਣੀਆਂ ਸਨ ਦੋਵੇਂ, ਉਹਨਾਂ ਨੇ ਸਾਰਾ ਸਮਾਨ ਗੱਡਿਆਂ ਰੇੜਿਆਂ ਤੇ ਲੱਦਿਆ ਹੈ। ਘਰ ਕੀ ਵਸਤ ਸੰਭਾਰ। ਘਰ ਦਾ ਸਮਾਨ ਸੰਭਾਲਿਆ ਹੈ ਸਾਰਾ। ਵਿਧੀ ਚੰਦ ਕੇ ਹੱਥ ਕਰ। ਤੇ ਬਾਬਾ ਵਿਧੀ ਚੰਦ ਜੀ ਦੇ ਹੱਥੀਂ ਲਾਦੀ ਸਕਟ ਮਝਾਰ। ਸਾਰਾ ਸਮਾਨ ਗੱਡਿਆਂ ਤੇ ਰਖਵਾ ਦਿੱਤਾ ਸੇਵਾਦਾਰਾਂ ਨੂੰ ਕਹਿ ਕੇ। ਚੌਪਈ ਖੇਪ ਕੋਇਰ ਸੂਰਜ ਮਲਦਾਰਾ। ਮਾਤਾ ਖੇਮ ਕੌਰ ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਸੀਗੀ, ਜਿਹੜੀ ਮਾਤਾ ਗੁਜਰੀ ਦੀ ਸਹੇਲੀ ਵੀ ਸੀ ਤੇ ਜਠਾਣੀ ਵੀ ਸੀ। ਬਾਬਾ ਸੂਰਜਮਲ ਜੀ ਗੁਰੂ ਸਾਹਿਬ ਦੇ ਦੂਸਰੇ ਸਾਹਿਬਜ਼ਾਦੇ, ਉਹਨਾਂ ਦੀ ਪਤਨੀ। ਨਖਾ ਗੁਜਰੀ ਦੁਤੀ ਉਦਾਰਾ। ਤੇ ਛੋਟੀ ਨੂੰਹ ਸੀ ਗੁਜਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੋਂ। ਇਹ ਉਦੋਂ ਛੋਟੀਆਂ ਸਨ, ਉਮਰ ਥੋੜੀ ਸੀ। ਮਾਤਾ ਗੁਜਰੀ ਦੀ ਉਮਰ ਉਸ ਵੇਲੇ ਜਦੋਂ ਇਹ ਜੰਗ ਹੋਇਆ 9 ਸਾਲ ਦੀ ਸੀ। ਮਾਤਾ ਗੁਜਰੀ ਦੀ 9 ਸਾਲ ਦੀ ਉਮਰ ਸੀ, ਥੋੜੇ ਦਿਨ ਪਹਿਲਾਂ ਵਿਆਹ ਹੋਇਆ ਸੀ। ਤੇ ਮਾਤਾ ਖੇਮ ਕੌਰ ਜੀ ਥੋੜੇ 2-3 ਸਾਲ ਵੱਡੇ ਸਨ। ਬਸ ਇਹ ਦੋਵੇਂ ਛੋਟੀਆਂ ਹੀ ਸਨ, ਪਰ ਆਪਣੀਆਂ ਸੱਸਾਂ ਦੇ ਨਾਲ ਘਰ ਦਾ ਸਮਾਨ ਸਾਂਭਣ ਵਿੱਚ ਲੱਗੀਆਂ ਹਨ। ਸ਼ਿਗਰ ਚੜਾਏ ਰੁਚਰ ਜਗ ਡੋਰੇ। ਇਹਨਾਂ ਵਾਸਤੇ 2 ਡੋਲੇ ਮੰਗਾਏ ਗਏ ਨੇ। ਇੱਕ ਡੋਲੇ 'ਚ ਖੇਮ ਕੌਰ ਨੂੰ ਬਿਠਾਇਆ ਗਿਆ, ਸੂਰਜਮਲ ਦੀ ਪਤਨੀ ਨੂੰ। ਦੂਸਰੇ ਡੋਲੇ, ਦੂਸਰੀ ਪਾਲਕੀ 'ਚ ਮਾਤਾ ਜੀ ਗੁਜਰੀ ਜੀ ਨੂੰ ਬਿਠਾਇਆ ਗਿਆ ਹੈ। ਨਿਕਸੀ ਬਹਿਰ ਗੰਗ ਸਰ ਔਰੇ। ਇਹ ਗੁਰੂ ਕਾ ਪਰਿਵਾਰ ਗੰਗਸਰ ਵੱਲ ਤੁਰ ਪਿਆ ਹੈ। ਦੋ ਖਾਸੇ ਇੱਕ ਪਰ ਮਰਵਾਹੀ। 2 ਖਾਸੇ ਮੰਗਾਏ ਨੇ, ਇੱਕ ਖਾਸੇ 'ਚ ਮਾਤਾ ਮਰਵਾਈ ਜੀ ਬੈਠੇ ਨੇ। ਚੜੀ ਨਾਨਕੀ ਦੂਸਰ ਮਾਹੀ। ਦੂਸਰੇ ਖਾਸੇ 'ਚ ਮਾਤਾ ਨਾਨਕੀ ਜੀ ਬੈਠੇ ਨੇ। ਸ਼੍ਰੀ ਗੁਰ ਦਿੱਤਾ ਸਿਆੰਦਨ ਚਰੇ। ਬਾਬਾ ਗੁਰਦਿੱਤਾ ਜੀ ਰੱਥ 'ਚ ਬੈਠੇ ਨੇ। ਸ਼੍ਰੀ ਹਰਿ ਰਾਏ ਨਿਕਟ ਥਿਰ ਕਰੇ। ਉਹਨਾਂ ਦੀ ਗੋਦੀ 'ਚ ਸ੍ਰੀ ਹਰਿ ਰਾਏ ਜੀ 7ਵੇਂ ਪਾਤਸ਼ਾਹ ਮਹਾਰਾਜ ਬਹੁਤ ਛੋਟੇ 4 ਸਾਲ ਦੇ ਸਨ ਉਦੋਂ। ਉਹ ਆਪਣੇ ਪਿਤਾ ਦੇ ਨਾਲ ਗੋਦੀ 'ਚ ਬੈਠੇ ਹਨ। ਵਿਧੀ ਚੰਦ ਸਿੱਖ ਆਦਿਕ ਨਾਰੀ। ਬਾਬਾ ਵਿਧੀ ਚੰਦ ਤੇ ਬਾਰਕੀ ਸਿੱਖ ਯੋਧੇ ਆਪਣੇ ਆਪਣੇ ਘੋੜਿਆਂ ਤੇ ਸਵਾਰ ਹੋ ਗਏ ਨੇ। ਸਕਲ ਭਈ ਬਹਿਲਨ ਅਸਵਾਰੀ। ਤੇ ਨਗਰ ਦੀਆਂ ਬੀਬੀਆਂ ਜਿਨ੍ਹਾਂ ਨੇ ਨਾਲ ਜਾਣਾ ਸੀ, ਉਹ ਸਾਰੀਆਂ ਗੱਡਿਆਂ ਗੜਬਹਿਲਿਆਂ ਤੇ ਦਾਸੀਆਂ ਬੈਠ ਗਈਆਂ ਨੇ। ਸ਼੍ਰੀ ਗੁਰੂ ਤੇਗ ਬਹਾਦਰ ਚੰਦ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਦੋਂ 13 ਕੁ ਸਾਲਾਂ ਦੇ ਸਨ। ਅਣੀ ਰਾਏ ਹੈ ਚੜੇ ਬਿਲੰਦ। ਅਣੀ ਰਾਏ ਉਹਨਾਂ ਤੋਂ ਵੱਡਾ ਭਾਈ, ਸਭ ਘੋੜਿਆਂ ਤੇ ਚੜੇ ਨੇ। ਬਾਬਕ ਗੁਰੂ ਰਬਾਬੀ ਦਾਰਾ। ਗੁਰੂ ਘਰ ਦਾ ਕੀਰਤਨੀਆ ਹਰਮੰਦਰ ਸਾਹਿਬ 'ਚ ਕੀਰਤਨ ਕਰਦਾ ਸੀ। ਗੁਰੂ ਦੇ ਦਰਬਾਰ ਦਾ ਕੀਰਤਨੀਆ ਭਾਈ ਬਾਬਕ ਜਾਤ ਦਾ ਮਿਰਾਸ਼ੀ ਸੀ। ਤੇ ਸਾਧ ਸੰਗਤ ਜੀ ਪਹਿਲੀ ਜਿਹੜੀ ਪੀੜ੍ਹੀ ਭਾਈ ਮਰਦਾਨਾ ਜੀ, ਫਿਰ ਭਾਈ ਰਜਾਦਾ ਸਜਾਦਾ ਜੀ ਗੁਰੂ ਘਰ 'ਚ ਕੀਰਤਨੀਏ ਹੋਏ ਹਨ। ਉਹਨਾਂ ਤੋਂ ਅੱਗੇ ਫਿਰ ਭਾਈ ਸੱਤਾ ਤੇ ਬਲਵੰਡ ਗੁਰੂ ਘਰ ਦੇ ਕੀਰਤਨੀਏ। ਉਹਨਾਂ ਤੋਂ ਬਾਅਦ ਜਿਹੜੀ ਇਹ ਚੌਥੀ ਪੀੜ੍ਹੀ ਕਹਿ ਲਓ, ਭਾਈ ਬਾਬਕ ਦਾ ਨਾਮ ਆਉਂਦਾ ਹੈ। ਹਰਿਮੰਦਰ ਸਾਹਿਬ 'ਚ ਕੀਰਤਨ ਕਰਿਆ ਕਰਦਾ ਸੀ ਤੇ ਹਨੇਰੇ 'ਚ ਗੋਲੀ ਮਾਰ ਦਿੰਦਾ ਸੀ। ਕੀਰਤਨੀਆਂ ਵੀ ਬੜਾ ਤਗੜਾ ਸੀ ਤੇ ਨਿਸ਼ਾਨਚੀ ਵੀ ਬੜਾ ਤਗੜਾ ਸੀ। ਗੁਰੂ ਸਾਹਿਬ ਦੀ ਫੌਜ ਵਿੱਚ ਜੰਗ ਲੜਿਆ ਕਰਦਾ ਸੀ। ਭਾਈ ਬਾਬਕ ਆਪਣੇ ਘੋੜੇ ਤੇ ਸਵਾਰ ਹੋਇਆ ਹੈ। ਤਰਤ
ਬਹਿਲ ਪਰ ਹੈ ਅਸਵਾਰਾ। ਤੇ ਬਾਕੀ ਕੋਈ ਗੜਬਹਿਲਾਂ ਤੇ ਕੋਈ ਗੱਡਿਆਂ ਤੇ ਸਵਾਰ ਹੋ ਗਏ ਨੇ ਸਿੱਖ। ਬਿਧੀ ਚੰਦ ਕੋ ਨੰਦਨ ਸਿਆਨੋ, ਭਾਈ ਬਿਧੀ ਚੰਦ ਦਾ ਪੁੱਤਰ ਜਵਾਨ ਸੀ, ਸਿਆਣਾ ਸੀ, ਲਾਲ ਚੰਦ ਚੜ ਕੀਨ ਪਿਆਨੋ। ਜਿਹਦਾ ਨਾਮ ਬਾਬਾ ਲਾਲ ਚੰਦ ਸੀਗਾ। ਇਹ ਬਾਬਾ ਲਾਲ ਚੰਦ ਜੀ ਆਪਣੇ ਸਤਿਗੁਰਾਂ ਦੇ ਨਾਲ ਹੀ ਤੁਰ ਪਏ ਨੇ। ਜਾਤੀ ਮਲਕ ਕੁਟੰਬ ਸਮੇਤਾ, ਔਰ ਗੁਰੂ ਕੀ ਫੌਜ ਦੇ ਵੱਡੇ ਜਰਨੈਲ ਭਾਈ ਜਾਤੀ ਮਲਕ ਜੀ, ਇਹ ਜਾਤ ਦੇ ਬ੍ਰਾਹਮਣ ਸਨ। ਇਹ ਗੁਰੂ ਘਰ ਦੇ ਸੋਢੀ ਕੁਲ ਦੇ ਪੁਰੋਹਿਤ ਸਨ। ਜਿਵੇਂ ਅੱਜ ਕੱਲ੍ਹ ਫੈਮਿਲੀ ਡਾਕਟਰ ਹੁੰਦੇ ਨਾ, ਪਹਿਲਾਂ ਫੈਮਿਲੀ ਪੁਰੋਹਿਤ ਹੁੰਦੇ ਸਨ। ਉਹ ਪੰਡਿਤ ਪਿਓ ਦਾਦੇ ਪੜਦਾਦੇ ਤੋਂ ਇੱਕ ਪਰਿਵਾਰ ਦੀ ਉਹ ਸਾਰੀ ਹਿਸਟਰੀ ਵੀ ਸਾਂਭਦੇ ਸਨ। ਉਹਨਾਂ ਦੇ ਘਰ ਦੇ ਵਿਆਹ ਸ਼ਾਦੀਆਂ ਕਰਮ ਕਾਂਡ ਜੋ ਵੀ ਉਹ ਕਰਦੇ ਸਨ। ਜਦੋਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤਾਂ ਸੋਢੀਆਂ ਦੇ ਜਿਹੜੇ ਪੁਰੋਹਿਤ ਸਨ ਉਹ ਵੀ ਗੁਰਸਿੱਖੀ ਧਾਰਨ ਕਰਕੇ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤੋਂ ਸਿੱਖੀ 'ਚ ਆ ਗਏ ਸਨ। ਮਨ 'ਚ ਸ਼ਰਧਾ ਭਾਵਨਾ ਭਗਤੀ ਜਾਗ ਪਈ। ਪਹਿਲਾਂ ਸੰਘਾ ਪੁਰੋਹਿਤ ਹੋਇਆ ਤੇ ਉਸ ਤੋਂ ਬਾਅਦ ਫਿਰ ਸਾਧ ਸੰਗਤ ਜੀ ਜਾਤੀ ਮਲਕ ਹੋਇਆ। ਜਾਤੀ ਮਲਕ ਦਾ ਪੁੱਤਰ ਗੰਗਾ ਰਾਮ ਦਇਆ ਰਾਮ ਇਹ ਹੋਏ ਨੇ। ਦਇਆ ਰਾਮ ਨੇ ਭੰਗਾਣੀ ਦੇ ਜੰਗ 10ਵੇਂ ਪਾਤਸ਼ਾਹ ਜੀ ਦੇ ਨਾਲ ਰਲ ਕੇ ਯੁੱਧ ਕੀਤਾ ਹੈ। ਤੇ ਇਸੇ ਕਰਕੇ ਸਤਿਗੁਰੂ ਜੀ ਨੇ ਚਿੱਤਰ ਨਾਟਕ 'ਚ ਲਿਖਿਆ ਨਾ, ਕੀਓ ਦਰੋਣ ਕੀ ਜੋ ਮਹਾ ਯੁੱਧ ਸੁਧਮ। ਕਹਿੰਦੇ ਪੰਡਿਤ ਦਇਆ ਰਾਮ ਨੇ ਭੰਗਾਣੀ ਦੇ ਜੰਗ ਵਿੱਚ ਇਸ ਤਰ੍ਹਾਂ ਯੁੱਧ ਕੀਤਾ ਜਿਵੇਂ ਮਹਾਭਾਰਤ ਦਰੋਣਾਚਾਰਿਆ ਨੇ ਕੀਤਾ ਸੀ। ਸੋ ਜਾਤੀ ਮਲਕ ਗੁਰੂ ਦੀ ਫੌਜ ਦਾ ਯੋਧਾ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤੁਰ ਪਿਆ ਹੈ। ਗਮਨ ਕੀਨ ਸਭ ਤਜੇ ਨਿਕੇਤਾ, ਕਹਿੰਦੇ ਸਾਰੇ ਆਪਣੇ ਘਰਾਂ ਨੂੰ ਪਿੰਡਾਂ ਨੂੰ ਨਗਰ ਨੂੰ ਛੱਡ ਕੇ ਤੁਰ ਪਏ ਨੇ ਗੁਰੂ ਦੇ ਨਾਲ। ਜੇ ਰਣ ਮਰੇ ਸੋ ਗੁਰਪੁਰ ਗਏ, ਜਿਹੜੇ ਜੰਗ 'ਚ ਸ਼ਹੀਦ ਹੋ ਗਏ ਸਿੱਖ, ਅੱਜ ਸਾਰਾ ਦਿਨ ਜੰਗ ਹੋਇਆ, 600-700 ਸਿੱਖ ਸ਼ਹੀਦ ਹੋਏ ਦੱਸੇ ਜਾਂਦੇ ਨੇ। ਉਹ ਸਾਰੇ ਸੱਚਖੰਡ ਚਲੇ ਗਏ ਨੇ। ਕਾਇਲ ਹੋਤੇ ਕਸ਼ਟ ਜਿਨ ਥੇ, ਜਿਹੜੇ ਜ਼ਖਮੀ ਸਨ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ, ਬਰਛੀਆਂ ਤਲਵਾਰਾਂ ਦੇ ਘਾਹ ਲੱਗੇ ਸਨ, ਫੱਟ ਲੱਗੇ ਸਨ, ਸ਼੍ਰੀ ਹਰਿ ਗੋਬਿੰਦ ਨਿਕਟ ਹਕਾਰੇ, ਉਹ ਸਾਰੇ ਜ਼ਖਮੀ ਮਹਾਰਾਜ ਨੇ ਆਪਣੇ ਕੋਲ ਬੁਲਾਏ 6ਵੇਂ ਪਾਤਸ਼ਾਹ ਜੀ ਨੇ। ਸਭ ਸੋ ਕਰੁਣਾ ਦ੍ਰਿਸ਼ਟ ਨਿਹਾਰੇ, ਤੇ ਸਾਰੇ ਜ਼ਖਮੀਆਂ ਵੱਲ ਆਪਣੀ ਮਿਹਰ ਦੀ ਦ੍ਰਿਸ਼ਟੀ ਨਾਲ ਤੱਕਿਆ ਹੈ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਮਿਹਰ ਦੀ ਦ੍ਰਿਸ਼ਟੀ ਨਾਲ ਸਤਿਗੁਰੂ ਜੀ ਨੇ ਵੇਖਿਆ ਸਿੱਖਾਂ ਵੱਲ। ਪੀੜਾ ਹਰੀ ਸਕਲ ਕੀ ਜਬੈ, ਸਾਰਿਆਂ ਦੀ ਪੀੜਾ ਹਰ ਲਈ ਹੈ। ਚੜ ਕਰ ਤਿਆਰ ਹੋਤ ਪੇਤਬੈ, ਸਾਰੇ ਮਹਾਰਾਜ ਦੇ ਨਾਲ ਜਾਣ ਨੂੰ ਤਿਆਰ ਹੋ ਗਏ ਨੇ। ਜਿਹੜੇ ਜ਼ਖਮੀ ਸਨ ਇੰਝ ਹੋ ਗਏ ਜਿਵੇਂ ਬਿਲਕੁਲ ਠੀਕ ਠਾਕ ਹੁੰਦੇ ਗੁਰੂ ਦੀ ਕਿਰਪਾ ਨਾਲ। ਜਹ ਸਤਿਗੁਰ ਸਭ ਦਲ ਜੁਤ ਖਰੇ, ਜਿੱਥੇ ਗੰਗਸਰ ਖੂਹ ਹੈ ਉੱਥੇ ਮਹਾਰਾਜ ਫੌਜਾਂ ਸਮੇਤ ਖੜੇ ਨੇ 6ਵੇਂ ਪਾਤਸ਼ਾਹ ਜੀ। ਤਿਆਰ ਹੋਏ ਤਹ ਆਵਨ ਕਰੇ, ਤੇ ਤਿਆਰ ਹੋ ਕੇ ਸਾਰਾ ਪਰਿਵਾਰ, ਸਾਰੀਆਂ ਸੰਗਤਾਂ, ਬੀਬੀਆਂ, ਬੱਚੇ ਗੁੱਡਿਆਂ ਰੇੜਿਆਂ ਤੇ ਬਹਿ ਕੇ ਉੱਥੇ ਹੀ ਪਹੁੰਚ ਗਏ ਗੁਰੂ ਸਾਹਿਬ ਦੇ ਲਾਗੇ। ਗੁਰ ਕਰਕੇ ਸਮਾਜ ਵੱਡ ਭਾਰੇ, ਗੁਰੂ ਘਰ ਦਾ ਸਾਜੋ ਸਮਾਨ ਰਾਜਿਆਂ ਵਰਗਾ ਸੀਗਾ, ਬਾਦਸ਼ਾਹ ਵਰਗਾ ਕੰਮ ਸੀ। ਕੋਈ ਛੋਟਾ ਮੋਟਾ ਘਰ ਤਾਂ ਹੈ ਨਹੀਂ ਵੀ 1-2 ਗੱਡਿਆਂ ਤੇ ਲੱਦ ਲੈਣਾ ਸੀ। ਬਹੁਤ ਵੱਡਾ ਸਾਜੋ ਸਮਾਨ ਸੀ ਸਤਿਗੁਰਾਂ ਦੇ ਘਰ ਦਾ। ਧਰੇ ਤਹਾਂ ਹੀ ਸਰਬ ਸੰਭਾਰੇ, ਉਹ ਸਾਰਾ ਚੁੱਕਿਆ ਨਹੀਂ ਗਿਆ। ਉਹਦੇ ਚੋਂ ਜਿਹੜਾ ਲੋੜੀਂਦਾ ਸਮਾਨ ਸੀ ਨਾ ਉਹ ਚੁੱਕਿਆ, ਬਾਕੀ ਉੱਥੇ ਧਰਿਆ ਹੀ ਰਹਿ ਗਿਆ ਕਰਤਾਰਪੁਰ ਦੇ ਵਿੱਚ। ਲੈ ਸਭ ਹਨ ਕੋ ਸੰਗ ਲਵਾਇਓ, ਤੇ ਬਾਕੀ ਜੀਆਂ ਨੂੰ ਸਾਂਭ ਕੇ ਗੱਡਿਆਂ ਤੇ ਬਿਠਾ ਕੇ ਬੱਚਿਆਂ ਨੂੰ ਬਿਧੀ ਚੰਦ ਗੁਰ ਕੇ ਢਿਗ ਆਏ, ਬਾਬਾ ਬਿਧੀ ਚੰਦ ਜੀ ਸਤਿਗੁਰਾਂ ਦੇ ਕੋਲ ਆ ਗਏ। ਹਾਥ ਜੋਰ ਸਭ ਗਾਥ ਬੁਝਾਰੀ, ਔਰ ਮਹਾਰਾਜ ਨੂੰ ਹੱਥ ਜੋੜ ਕੇ ਸਾਰੀ ਕਥਾ ਸੁਣਾਈ ਹੈ। ਪ੍ਰਭ ਜੀ ਚਲ ਆਏ ਸਮੁਦਾਇ, ਇਹ ਸੱਚੇ ਪਾਤਸ਼ਾਹ, ਇਹ ਗਰੀਬ ਨਵਾਜ ਜੀ, ਸਾਰੀਆਂ ਸੰਗਤਾਂ, ਸਾਰੀਆਂ ਫੌਜਾਂ, ਸਾਰੇ ਪਰਿਵਾਰ ਆਪ ਜੀ ਦੇ ਕੋਲ ਆ ਗਏ ਨੇ। ਜੇ ਤੱਕ ਸਕਟਨ ਪਰ ਲੱਦ ਗਇਓ, ਜਿੰਨਾ ਸਮਾਨ ਗੱਡਿਆਂ ਤੇ ਲੱਦਿਆ ਜਾ ਸਕਦਾ ਸੀ, ਉਹ ਜਿੰਨਾ ਜ਼ਰੂਰੀ ਸੀ ਉਹ ਲੱਦ ਲਿਆ ਹੈ। ਤੇ ਤੱਕ ਸਮਾਜ ਸੰਗ ਕਰ ਲਿਓ, ਜਿੰਨਾ ਕੁ ਆਪ ਜੀ ਨੇ ਕਿਹਾ ਸੀ ਵੀ ਜ਼ਰੂਰੀ ਹੈ ਸਮਾਨ, ਉਹ ਨਾਲ ਲੈ ਲਿਆ ਹੈ। ਧੀਰ ਮਲ ਕੋ ਕਹਿਓ ਕਨੇਰੇ, ਪਰ ਮਹਾਰਾਜ ਜੀ, ਆਪ ਜੀ ਦੇ ਵੱਡੇ ਪੋਤਰੇ ਬਾਬਾ ਧੀਰਮਲ ਜੀ ਨੂੰ ਬੜੀਆਂ ਬੇਨਤੀਆਂ ਕੀਤੀਆਂ ਵੀ ਤੁਸੀਂ ਵੀ ਚੱਲੋ, ਉਹ ਨਹੀਂ ਮੰਨੇ ਜਾਣ ਨੂੰ। ਸੋ ਨਹ ਆਇਵ ਰਾਵਰ ਨੇਰੇ, ਉਹ ਆਪ ਜੀ ਦੇ ਕੋਲ ਆਏ ਨਹੀਂ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਬਾਬਾ ਜੀ, ਮਹਾਰਾਜ 6ਵੇਂ ਪਾਤਸ਼ਾਹ ਜੀ ਤੁਹਾਡੇ ਦਾਦਾ ਜੀ ਬਾਹਰ ਖੜੇ ਤੁਹਾਨੂੰ ਉਡੀਕ ਰਹੇ ਨੇ,
ਤੇ ਚਲੋ, ਪਰ ਬਾਬਾ ਧੀਰਮਲ ਜੀ ਕਹਿੰਦੇ ਨਾ, ਮੈਂ ਦਾਦਾ ਜੀ ਦੇ ਨਾਲ ਨਹੀਂ ਜਾਣਾ। ਕਹਿਤ ਸੋ ਤਜੋ ਨ ਪੁਰ ਕਰਤਾਰ। ਬਾਬਾ ਧੀਰਮਲ ਜੀ ਕਹਿੰਦੇ ਮੈਂ ਤੇ ਕਰਤਾਰਪੁਰ ਹੀ ਰਹਿਣਾ, ਮੈਂ ਕਰਤਾਰਪੁਰ ਨਹੀਂ ਛੱਡਣਾ। ਰਹਿਓ ਸਮਾਜ ਸੋ ਲਇਓ ਸੰਭਾਰ। ਤੇ ਜਿਹੜਾ ਪਿੱਛੇ ਸਮਾਨ ਚੁੱਕਿਆ ਨਹੀਂ ਨਾ ਗਿਆ ਸਾਡੇ ਕੋਲੋਂ, ਉਹਦੇ ਤੇ ਧੀਰਮਲ ਨੇ ਕਬਜ਼ਾ ਕਰ ਲਿਆ। ਉਹਨੇ ਬਾਕੀ ਸਮਾਨ ਸਾਰਾ ਕਹਿੰਦਾ ਇਹ ਮੇਰਾ, ਘਰ ਵੀ ਮੇਰਾ, ਸਮਾਨ ਵੀ ਮੇਰਾ, ਸਾਰਾ ਸਾਂਭ ਕੇ ਉੱਥੇ ਬਹਿ ਗਿਆ ਧੀਰਮਲ। ਨਹਿ ਚਾਹਤ ਚਿਤ ਸੰਗ ਤੁਮਾਰਾ। ਮਹਾਰਾਜ ਅਜੇ ਉਮਰ ਦੇਖੋ ਕਿੰਨੀ ਛੋਟੀ ਹੈ, ਪਰ ਅਜੇ ਇੰਨੀ ਛੋਟੀ ਉਮਰ 'ਚ ਵੀ ਤੁਹਾਡੇ ਤੋਂ ਰੁੱਸ ਕੇ ਕਹਿੰਦਾ ਵੱਖਰਾ ਰਵਾਂਗਾ। ਪਕਰ ਬਾਕ ਪ੍ਰਤਕੂਲ ਉਚਾਰਾ। ਮਹਾਰਾਜ ਬੜ ਟੇਢਾ ਹੀ ਬੋਲਦਾ ਹੈ, ਉਹਨੂੰ ਪਿਆਰ ਨਾਲ ਬੁਲਾਈਏ, ਪਿਆਰ ਨਾਲ ਨਹੀਂ ਬੋਲਦਾ। ਹਾਲਾਂਕਿ ਬੱਚਾ ਹੈ, ਪਰ ਉਹ ਸਾਡੇ ਨਾਲ ਵੱਡਿਆਂ ਨਾਲ ਅੱਖਾਂ ਘੂਰ ਕੇ ਗੱਲ ਕਰਦਾ ਹੈ ਧੀਰਮਲ। ਨਿਜ ਮਾਤਾ ਕੋ ਰਾਖਿਓ ਪਾਸ। ਤੇ ਆਪਣੀ ਮਾਂ ਨੂੰ ਵੀ ਕੋਲ ਰੱਖ ਲਿਆ। ਬਾਬੇ ਗੁਰਦਿੱਤੇ ਦੀ ਘਰ ਵਾਲੀ ਮਾਤਾ ਨੱਤੀ ਜੀ, ਉਹਨਾਂ ਨੂੰ ਵੀ ਕਹਿੰਦਾ ਵੀ ਮਾਂ ਨੂੰ ਵੀ ਮੈਂ ਜਾਣ ਨਹੀਂ ਦੇਣਾ, ਮਾਂ ਨੂੰ ਵੀ ਆਪਣੀ ਨੂੰ ਨਾਲ ਲਾ ਲਿਆ ਹੈ। ਕਹਿ ਬਹੁ ਬਿਦ ਕੀ ਪ੍ਰੀਤ ਆਵਾਸ। ਮਾਂ ਨੂੰ ਪਿਆਰ ਦੀਆਂ ਗੱਲਾਂ ਕਰਕੇ, ਮਾਂ ਨੂੰ ਮੋਹ ਵੀ ਹੁੰਦਾ ਬੱਚਿਆਂ ਦਾ। ਹੁਣ ਧੀਰਮਲ ਨੂੰ ਪੇਟੋਂ ਜੰਮਿਆ, ਮਾਂ ਕਿੱਥੇ ਸੁੱਟੇ, ਉਹਦੀ ਗੱਲ ਮੰਨ ਕੇ ਮਾਂ ਉੱਥੇ ਰਹਿ ਗਈ ਹੈ। ਬੜਨ ਹਮਾਰੇ ਨਗਰ ਵਸਾਇਓ। ਤੇ ਦੋਵੇਂ ਮਾਂ ਪੁੱਤਰ ਇੱਥੇ ਰਹਿਣਗੇ। ਤੇ ਧੀਰਮਲ ਕਹਿੰਦਾ ਵੀ ਮੈਂ ਨਹੀਂ ਛੱਡਣਾ ਕਰਤਾਰਪੁਰ, ਸਾਡੇ ਦਾਦਾ ਜੀ ਨੇ, ਪੜਦਾਦਾ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਵਸਾਇਆ, ਵੱਡਿਆਂ ਦਾ ਪਿੰਡ ਮੈਂ ਕਿਉਂ ਛੱਡਾਂ। ਮਿਲ ਤੁਰਕਨ ਸੋ ਰਹਿ ਇਥਾਇਓ। ਕਹਿੰਦਾ ਮੈਂ ਤੁਰਕਾਂ ਨਾਲ ਆਪੇ ਸੰਧੀ ਕਰ ਲਾਂਗਾ, ਮੈਂ ਤੁਰਕ ਮੈਨੂੰ ਕੁਛ ਨਹੀਂ ਕਹਿੰਦੇ, ਮੈਂ ਇੱਥੇ ਰਵਾਂਗਾ। ਹਮ ਨਹਿ 300 ਵੈਰ ਕਮਾਵੈ। ਧੀਰਮਲ ਕਹਿੰਦਾ ਮੈਂ ਤੁਰਕਾਂ ਨਾਲ ਵੈਰ ਨਹੀਂ ਕਰਨਾ। ਦਾਦਾ ਜੀ ਤਾਂ ਲੜਦੇ ਤੁਰਕਾਂ ਨਾਲ, ਮੈਂ ਨਹੀਂ ਲੜਦਾ, ਮੈਂ ਤਾਂ ਤੁਰਕਾਂ ਨਾਲ ਬਣਾ ਕੇ ਰੱਖਾਂਗਾ। ਤੁਰਕਨ ਕੇ ਅਨੁਸਾਰ ਬਿਤਾਵੈ। ਤੁਰਕਾਂ ਦੇ ਅਨੁਸਾਰ ਹੀ ਆਪਣੀ ਜ਼ਿੰਦਗੀ ਗੁਜ਼ਾਰਾਂਗਾ ਇੱਥੇ ਰਹਿ ਕੇ। ਸ੍ਰੀ ਗੁਰੂ ਗ੍ਰੰਥ ਰਾਖ ਕਰ ਲੀਨੋ। ਔਰ ਮਹਾਰਾਜ ਇੱਕ ਹੋਰ ਗੱਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਰੂਪ ਹੈ, ਵੱਡੇ ਸਤਿਗੁਰਾਂ ਦੇ ਸਮੇਂ ਦਾ ਆਦਿ ਸਰੂਪ, ਉਹ ਵੀ ਧੀਰਮਲ ਨੇ ਰੱਖ ਲਿਆ, ਕਬਜ਼ਾ ਕਰ ਲਿਆ ਉਹਦੇ ਉੱਤੇ। ਗੁਪਤ ਛਪਾਵਨ ਕਿਤ ਹੂੰ ਕੀਨੋ। ਤੇ ਕਿਤੇ ਗੁਪਤ ਛੁਪਾ ਕੇ ਰੱਖ ਲਿਆ। ਮੈਂ ਬਹੁਤ ਮੰਗਿਆ ਵੀ ਇਹ ਤਾਂ ਗੁਰੂ ਮਹਾਰਾਜ ਦੀ ਵਸਤੂ ਹੈ, ਦੇ ਦੇ। ਕਹਿੰਦਾ ਨਾ, ਗੁਰੂ ਗ੍ਰੰਥ ਸਾਹਿਬ ਨਹੀਂ ਦੇਣਾ ਤੁਹਾਨੂੰ। ਖੋਜ ਰਹੇ ਸੋ ਹਾਥ ਨ ਆਇਓ। ਮਹਾਰਾਜ ਅਸੀਂ ਲੱਭਦੇ ਵੀ ਰਹੇ ਆ, ਪਤਾ ਨਹੀਂ ਉਹਨੇ ਕਿੱਥੇ ਤਾਲਾ ਲਾਇਆ, ਗੁਰੂ ਗ੍ਰੰਥ ਸਾਹਿਬ ਸਾਨੂੰ ਲੱਭਿਆ ਨਹੀਂ। ਤਾਰੋ ਕਠਨ ਕੋਠਰੇ ਲਾਇਓ। ਕਿਸੇ ਕੋਠੜੇ ਨੂੰ ਤਾਲਾ ਲਾ ਕੇ ਅੰਦਰ ਲੁਕੋਈ ਬੈਠਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛੁਪਾ ਲਿਆ ਧੀਰਮਲ ਨੇ। ਕਹਾ ਸੋ ਮੈਂ ਇਹ ਰਾਖਨ ਕਰਾਂ। ਕਹਿੰਦਾ ਇਹ ਤਾਂ ਮੈਂ ਹੀ ਰੱਖਣਾ, ਇਹ ਗੁਰੂ ਗ੍ਰੰਥ ਸਾਹਿਬ ਮੈਂ ਦੇਣਾ ਨਹੀਂ। ਧੀਰਮਲ ਨੂੰ ਇਹ ਸੀ ਵੀ ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਹੋਵੇਗਾ ਨਾ, ਉਹ ਹੀ ਗੁਰੂ ਬਣੇਗਾ। ਜੇ ਗੁਰੂ ਗ੍ਰੰਥ ਸਾਹਿਬ ਮੇਰੇ ਕੋਲ ਹੋਵੇਗਾ ਤੇ ਮਾਨਤਾ ਮੇਰੀ ਹੋਵੇਗੀ ਵੀ ਗੁਰੂ ਗ੍ਰੰਥ ਸਾਹਿਬ ਇਹਦੇ ਕੋਲ ਹੈ। ਹਾਂਜੀ, ਇਸ ਕੀ ਆਸ ਏਕ ਮਨ ਧਰੋ। ਕਹਿੰਦੇ ਇਹਦੀ ਮੈਂ ਇੱਕ ਆਸ ਲਾਈ ਹੈ, ਗੁਰੂ ਗ੍ਰੰਥ ਸਾਹਿਬ ਮੇਰੇ ਕੋਲ ਹੈ ਤੇ ਗੁਰੂ ਮੈਂ ਬਣਾਂਗਾ। ਹਾਂਜੀ, ਜਿਸ ਤੇ ਚਲਾ ਮੋਰ ਗੁਜਰਾਨਾ। ਗੁਰੂ ਗ੍ਰੰਥ ਸਾਹਿਬ ਨਾਲ ਹੀ ਮੇਰਾ ਗੁਜ਼ਾਰਾ ਚੱਲੇਗਾ, ਮੇਰੇ ਹੀ ਰੋਜੀ ਰੋਟੀ ਚੱਲੇਗੀ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬੜੇ ਵੱਡੇ ਦੀਨ ਦਿਆਲ ਹਨ ਵੀ ਲੱਖਾਂ ਲੋਕਾਂ ਦਾ ਤਾਂ ਪ੍ਰਸ਼ਾਦਾ ਹੀ ਚਲਾਈ ਜਾਂਦੇ ਆ, ਕਰੋੜਾਂ ਦਾ ਇਹ ਪ੍ਰਸ਼ਾਦਾ ਚਲਾਉਂਦੇ ਆ। ਧੀਰਮਲ ਕਹਿੰਦਾ ਮੇਰਾ ਗੁਜ਼ਾਰਾ ਚੱਲੇਗਾ। ਖਾਨ ਪਾਨ ਕੋ ਖਰਚ ਮਹਾਨਾ। ਖਾਣ ਪਾਣ ਦਾ ਖਰਚਾ, ਡੇਰੇ ਦਾ ਖਰਚਾ, ਨਗਰ ਦਾ ਤਾਂ ਹੀ ਚੱਲੇਗਾ ਜੇ ਸੰਗਤਾਂ ਆਉਣਗੀਆਂ, ਤੇ ਸੰਗਤਾਂ ਤਾਂ ਆਉਣਗੀਆਂ ਜੇ ਮੇਰੇ ਕੋਲ ਕੋਈ ਪ੍ਰਮਾਣ ਹੋਵੇਗਾ। ਤੇ ਪ੍ਰਮਾਣ ਮੈਂ ਕਹਾਂਗਾ ਵੀ ਮੇਰੇ ਕੋਲ ਮੇਰੇ ਪੜਦਾਦਾ ਜੀ ਦੀ ਪ੍ਰਾਪਰਟੀ, ਅਸਲ ਪ੍ਰਾਪਰਟੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਹੈ। ਹਾਂਜੀ, ਜੋਰ ਪਾਏ ਕਰ ਹੋਏ ਬਖੇਰਾ। ਕਹਿੰਦੇ ਜੇ ਜ਼ੋਰ ਪਾਈਏ ਤੇ ਝਗੜਾ ਹੁੰਦਾ ਹੈ। ਕਹੋ ਤਾਂ ਲੈ ਆਵਹਿ ਇਸ ਬੇਰਾ। ਮਹਾਰਾਜ ਬਾਬਾ ਬਿਧੀ ਚੰਦ ਜੀ ਕਹਿੰਦੇ, ਮਹਾਰਾਜ ਜੇ ਕਹੋ ਤੇ ਅਸੀਂ ਥੋੜਾ ਜਿਹਾ ਕਰੜੇ ਹੱਥੀਂ ਹੋ ਕੇ ਲੈ ਆਈਏ। ਚਲੋ ਆਪ ਜੀ ਦਾ ਪੋਤਰਾ ਹੈ, ਪਰ ਘਰ ਤਾਂ ਨਲਾਇਕੀ ਰਿਹਾ, ਤੇ ਜੇ ਉਹ ਕਰਦਾ ਖਰਾਬੀ ਕਰਦਾ ਤੇ ਆਪਾਂ ਵੱਡੇ ਵੱਡੇ ਸਿੱਧੇ ਕੀਤੇ ਆ, ਉਹਨੂੰ ਕਿਹੜਾ ਦੇਰ ਲੱਗਦੀ ਹੈ। ਗੁਰੂ ਗ੍ਰੰਥ ਸਾਹਿਬ ਲੈ ਉਹਨੇ ਆਪਾਂ ਉਹਦੇ ਕੋਲੋਂ ਜ਼ਬਰਦਸਤੀ। ਸ਼੍ਰੀ ਹਰਗੋਬਿੰਦ ਲਖੀ ਖਟਾਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਉਹਦੀ ਖਟਿਆਈ ਜਾਣ ਗਏ ਵੀ ਇਹ ਧੀਰਮਲ ਮੁੱਢ ਤੋਂ ਹੀ ਖੋਟਾ। ਜਦੋਂ ਧੀਰਮਲ ਜੰਮਿਆ ਸੀ ਤੇ ਸਿੱਖਾਂ ਨੇ ਮਹਾਰਾਜ ਨੂੰ ਵਧਾਈ ਦਿੱਤੀ, ਮਹਾਰਾਜ ਪੋਤਰਾ ਹੋਇਆ ਪਹਿਲਾ। ਮਹਾਰਾਜ ਕਹਿੰਦੇ ਸਾਡਾ ਤਾਇਆ ਦੁਬਾਰਾ ਜੰਮ ਪਿਆ ਲੱਗਦਾ। ਸਤਿਗੁਰਾਂ ਦਾ ਤਾਇਆ ਸੀ ਨਾ ਬਾਬਾ ਪਿਰਥੀ ਚੰਦ, ਉਹ ਜਿਹੜਾ ਉਹਦਾ ਕੰਮ ਸੀ ਉਹੀ ਸੁਭਾਅ ਇਹਦਾ।
ਹਾਂਜੀ। ਅਗਰ ਤਰਕ ਢਿਗ ਪਤਰ ਪਠਾਈ। ਅੱਗੇ ਵੀ ਤੁਰਕਾਂ ਨੂੰ ਚਿੱਠੀ ਲਿਖੀ ਵੀ ਆ ਜਾਓ, ਜੰਗ ਕਰ ਲਓ ਸਾਡੇ, ਮੈਂ ਨਹੀਂ ਸਾਥ ਦਿਆਂਗਾ, ਮੈਂ ਤੁਹਾਡੇ ਨਾਲ ਆ। ਹਾਂਜੀ। ਬਾਹਰ ਭਵਿੱਖਿਅਤ ਕਰ ਅਪਰਾਧੂ। ਅੱਗੇ ਵੀ ਇਹਨੇ ਬੜੇ ਅਪਰਾਧ ਕਰਨੇ ਨੇ ਭਵਿੱਖ ਵਿੱਚ ਵੀ। ਗੁਰੂ ਮਹਾਰਾਜ ਸਤਵੇਂ ਪਾਤਸ਼ਾਹ ਨਾਲ ਵੀ, ਭਾਵੇਂ ਭਰਾ ਸਨ ਸਤਵੇਂ ਪਾਤਸ਼ਾਹ ਜੀ, ਉਹਨਾਂ ਦੇ ਨਾਲ ਸੱਕੇ ਭਰਾ ਨਾਲ ਵੀ ਠੀਕ ਨਹੀਂ ਵਰਤਿਆ। ਮਹਾਰਾਜ ਜਾਂਦੇ ਸੀ ਕਰਤਾਰਪੁਰ, ਮਿਲ ਕੇ ਆਉਂਦੇ ਧੀਰਮਲ ਨੂੰ, 2 ਮਹੀਨਾ ਕਰਤਾਰਪੁਰ ਰਹਿਣਾ ਧੀਰਮਲ ਕੋਲ, ਪਰ ਉਹਨੇ ਸਿੱਧੇ ਮੂੰਹ ਉੱਥੇ ਵੀ ਨਹੀਂ ਬੋਲਣਾ। ਉਹਨੂੰ ਹੁੰਦਾ ਸੀ ਵੀ ਇਹ ਕੀ ਲੈਣ ਆ ਗਏ ਇੱਥੇ, ਇਹ ਉੱਥੇ ਹੀ ਰਹਿਣ ਕੀਰਤਪੁਰ। ਮਹਾਰਾਜ ਫਿਰ ਵੀ ਜਾਂਦੇ ਸੀ ਵੱਡਾ ਭਰਾ ਸਮਝ ਕੇ, ਜਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਨੂੰ ਗੋਇੰਦਵਾਲ ਸਾਹਿਬ ਜਾਂ ਅੰਮ੍ਰਿਤਸਰ ਸਤਵੇਂ ਪਾਤਸ਼ਾਹ ਜਾਂਦੇ ਸੀ। ਅੱਛਾ, ਜਦੋਂ 8ਵੇਂ ਪਾਤਸ਼ਾਹ ਦਾ ਸਮਾਂ ਆਇਆ, ਉਦੋਂ ਰਾਮ ਰਾਏ ਨੂੰ ਚੁੱਕਾ ਦਿੰਦਾ ਸੀ। ਰਾਮ ਰਾਏ ਤੇ ਇਹ ਦੋਵੇਂ ਚਾਚਾ ਤਾਇਆ ਭਤੀਜਾ ਲੱਗਦੇ ਸੀ। ਉਹ ਵੀ ਫਿਰ ਇਹਨਾਂ ਨੇ ਗੜਬੜ ਕਰਨੀ। 9ਵੇਂ ਪਾਤਸ਼ਾਹ ਤੇ ਗੋਲੀ ਚਲਾਈ। 9ਵੇਂ ਪਾਤਸ਼ਾਹ ਨੂੰ ਮਾਰਨ ਵਾਸਤੇ ਇਹਨੇ ਸੀਏ ਮਸੰਦ ਨੂੰ ਕਹਿ ਕੇ ਗੋਲੀ ਚਲਾਈ ਸਤਿਗੁਰੂ ਜੀ ਤੇ। ਫਿਰ 10ਵੇਂ ਪਾਤਸ਼ਾਹ ਜੀ ਦੇ ਨਾਲ ਵੀ ਕੋਈ ਚੰਗਾ ਨਹੀਂ ਵਰਤਿਆ। ਗੁਰੂ ਗ੍ਰੰਥ ਸਾਹਿਬ ਦੀ ਬੀੜ ਮੰਗੀ, ਕਹਿੰਦਾ ਨਾ, ਆਪੇ ਗੁਰੂ ਤੇ ਆਪੇ ਲਿਖ ਲਓ ਆਪ, ਇਹ ਤਾਂ ਮੇਰੀ ਹੈ। ਇਸ ਤਰ੍ਹਾਂ ਦਾ ਇਹ ਸੁਭਾਅ ਸੀ ਇਹਦਾ। ਮਹਾਰਾਜ ਕਹਿੰਦੇ ਨੇ ਭਵਿੱਖ ਵਿੱਚ ਵੀ ਬੜੀਆਂ ਖੁਟਿਆਈਆਂ ਕਰਨੀਆਂ ਹਨ। ਜਥਾ ਸੋ ਪ੍ਰਥਿਆ ਪ੍ਰਥਮ ਅਸਾਧੂ। ਜਿਵੇਂ ਪਹਿਲਾਂ ਪ੍ਰਿਥੀ ਚੰਦ ਪੁੱਠਾ ਚੱਲਦਾ ਸੀ, ਅਸਾਧੂ ਬਿਰਤੀ ਸੀ, ਸਾਧੂਆਂ ਵਾਲੀ ਬਿਰਤੀ ਨਹੀਂ ਸੀ, ਮਨਮੁਖਾਂ ਵਾਲੀ ਬਿਰਤੀ ਸੀ। ਅਬ ਸਜਾਇ ਜੇ ਕਛੂ ਦਿਵਾਵਾ। ਜੇ ਹੁਣ ਇਹਨੂੰ ਅਸੀਂ ਕੋਈ ਸਜ਼ਾ ਦਈਏ, ਬੱਚਾ ਜੇ ਲੋਕਾਂ ਨੇ ਸਾਨੂੰ ਹੀ ਕਹਿਣਾ ਵੀ ਨਿੱਕੇ ਬੱਚੇ ਨੂੰ ਚਪੇੜਾ ਮਾਰੀਆਂ, ਜੇ ਬੱਚੇ ਨੂੰ ਕੁੱਟਿਆ, ਬੱਚੇ ਕੋਲੋਂ ਖੋਇਆ, ਜਾਂ ਕੋਈ ਵੀ ਗੱਲ ਕਰਾਂਗੇ, ਕਲੇਸ਼ ਘਰ ਦੇ ਵਿੱਚ ਪਏਗਾ, ਆਪਣੇ ਪਰਿਵਾਰ ਵਿੱਚ ਕਲੇਸ਼ ਪਵੇ, ਮਨ ਦੁਖੀ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਛੱਡੋ ਪਰੇ। ਹਾਂਜੀ। ਨੀਕੀ ਨਹੀਂ ਕਿਸੂ ਮਨ ਭਾਵੈ। ਕਿਸੇ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗਣੀ ਵੀ ਗੁਰੂ ਕਿਆਂ ਦੇ ਘਰ 'ਚ ਕਲੇਸ਼ ਪਿਆ ਹੋਇਆ, ਗੁਰੂ ਮਹਾਰਾਜ ਦੇ ਬੱਚੇ ਆਪਸ ਲੜ ਰਹੇ, ਗੁਰੂ ਮਹਾਰਾਜ ਆਪਣੇ ਬੱਚਿਆਂ ਨਾਲ ਲੜ ਰਹੇ ਆ। ਇਹ ਕੋਈ ਸ਼ੋਭਾ ਵਾਲੀ ਗੱਲ ਥੋੜਾ। ਅਸੀਂ ਨਹੀਂ ਕਹਿੰਦੇ ਇਹਦੇ ਨਾਲ ਵਿਗਾੜ ਨਹੀਂ ਹੋਏ, ਅਦਕ ਹੀ ਅਵਗੁਣਿਆਰੋ। ਮਹਾਰਾਜ ਜਾਣ ਗਏ ਵੀ ਇਹ ਬੜੇ ਔਗਣਾ ਵਾਲਾ ਬੰਦਾ ਹੋਵੇਗਾ, ਤਉ ਅੰਤ ਕੋ ਅਹ ਹਮਾਰੋ। ਫਿਰ ਵੀ ਹੈ ਤਾਂ ਸਾਡਾ ਹੀ ਹੈ, ਭਾਵੇਂ ਚੰਗਾ ਭਾਵੇਂ ਮਾੜਾ, ਹੈ ਤਾਂ ਸਾਡਾ ਖੂਨ ਹੈ, ਸਾਡਾ ਪੋਤਾ ਹੈ। ਹਾਂਜੀ। ਇਤਿਆਦਿਕ ਬਹੁ ਹਿਰਦੈ ਵਿਚਾਰੀ। ਇਸ ਤਰ੍ਹਾਂ ਦੀਆਂ ਮਹਾਰਾਜ 6ਵੇਂ ਪਾਤਸ਼ਾਹ ਬਹੁਤ ਦੂਰ ਅੰਦੇਸੀ ਨਾਲ ਵਿਚਾਰ ਕੀਤੀ। ਸ਼੍ਰੀ ਹਰਗੋਬਿੰਦ ਗਿਰਾ ਉਚਾਰੀ। ਤੇ ਬਾਬਾ ਬਿਧੀ ਚੰਦ ਨੂੰ ਮਹਾਰਾਜ ਕਹਿਣ ਲੱਗੇ, ਕੁਛ ਨਹਿ ਕਹੋ ਚਾਹੈ ਸੋ ਕਰਹਿ। ਨਹੀਂ ਬਿਧੀ ਚੰਦ, ਆਪਾਂ ਨਹੀਂ ਕੁਝ ਕਹਿਣਾ, ਜਿਵੇਂ ਉਹਦੀ ਮਰਜ਼ੀ ਉਹ ਕਰੀ ਜਾਵੇ, ਆਪਾਂ ਉਹਨੂੰ ਕੁਝ ਨਹੀਂ ਕਹਿਣਾ। ਹਾਂਜੀ। ਗੁਰ ਕਰ ਸੋ ਇਹੋ ਮੇਲ ਨ ਧਰੈ। ਇਹਦਾ ਗੁਰੂ ਘਰ ਨਾਲ ਮੇਲ ਹੋਣਾ ਹੀ ਨਹੀਂ, ਇਹਨੇ ਪੁੱਠੇ ਹੀ ਤੁਰਨਾ। ਇਹ ਗੁਰੂ ਘਰ ਤੋਂ ਵੱਖਰਾ ਚੱਲੇਗਾ। ਪ੍ਰਥਮ ਪ੍ਰਥਿਕ ਪ੍ਰਥਿਆ ਜਿਮ ਭਇਓ। ਜਿਵੇਂ ਸਾਡਾ ਤਾਇਆ ਸੀ ਬਾਬਾ ਪ੍ਰਿਥੀ ਚੰਦ, ਉਹ ਵੀ ਮਹਾਰਾਜ ਸਤਿਗੁਰੂ ਰਾਮਦਾਸ ਆਪਣੇ ਪਿਤਾ ਜੀ ਤੋਂ ਆਕੀ ਹੋ ਗਿਆ। ਸਾਡੇ ਪਿਤਾ ਜੀ ਗੁਰੂ ਅਰਜਨ ਦੇਵ ਜੀ ਨਾਲ ਵੀ ਵਿਗਾੜ ਕੇ ਰੱਖੀ ਸਾਰੀ ਉਮਰ, ਤੇ ਸਾਡੇ ਨਾਲ ਵੀ ਚੰਗਾ ਨਹੀਂ ਵਰਤਿਆ। ਤੁਮ ਇਹ ਰਹਿ ਅਪਰ ਮਗ ਲਿਓ। ਇਸੇ ਤਰ੍ਹਾਂ ਇਹ ਸਾਡਾ ਪੋਤਾ ਪ੍ਰਿਥੀ ਧੀਰਮਲ ਜਿਹੜਾ ਹੈ, ਉਹ ਆਪਣੇ ਤਾਏ, ਸਾਡੇ ਤਾਏ ਪ੍ਰਿਥੀ ਚੰਦ ਦੀ ਤਰ੍ਹਾਂ ਪੁੱਠਾ ਹੀ ਤੁਰੇਗਾ, ਹੋਰ ਰਸਤੇ ਤੁਰੇਗਾ, ਸਿੱਧੇ ਰਾਹ ਨਹੀਂ ਚੱਲੇਗਾ। ਸਰ ਬਿਧੀਏ ਕਰ ਜੋਰ ਅਲਾਇਓ। ਇਹ ਬਚਨ ਸਤਿਗੁਰੂ ਜੀ ਦੇ ਸੁਣ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਕੀਤੀ, ਤੁਮ ਆਇਸ ਲੈ ਗ੍ਰੰਥ ਲਿਖਾਇਓ। ਹੇ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਆਗਿਆ ਲੈ ਕੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕਰ ਰਿਹਾ ਸੀ। ਜਿਹੜੀ ਬੀੜ ਮਹਾਰਾਜ ਨੇ ਲਿਖਾਈ ਹੈ ਨਾ ਭਾਈ ਗੁਰਦਾਸ ਜੀ ਕੋਲੋਂ ਆਦ ਬੀੜ, ਮੈਂ ਉਹਦਾ ਉਤਾਰਾ, ਉਹਦੀ ਕਾਪੀ ਕਰ ਰਿਹਾ ਤੁਹਾਡੀ ਆਗਿਆ ਨਾਲ। ਨਹੀਂ ਸੰਪੂਰਨ ਅਬਲਾ ਭਇਓ। ਉਹ ਜਿਹੜੀ ਮੈਂ ਨਕਲ ਕਰ ਰਿਹਾ ਮਹਾਰਾਜ ਬੀੜ ਲਿਖ ਰਿਹਾ, ਅਜੇ ਤੱਕ ਪੂਰੀ ਨਹੀਂ ਹੋਈ। ਉਹ ਬੀੜ ਸੰਪੂਰਨ ਨਹੀਂ ਹੋਈ, ਅਜੇ ਉਤਾਰਾ ਪੂਰਾ ਨਹੀਂ ਹੋਇਆ ਗੁਰੂ ਸਾਹਿਬ ਜੀ ਦੇ ਸਰੂਪ ਦਾ। ਰਾਗ ਬਿਲਾਵਲ ਲੋ ਲਿਖ ਲਿਓ। ਬਿਲਾਵਲ ਰਾਗ ਤਾਂ ਲਿਖਿਆ ਗਿਆ ਕਿ ਗਾਉਣ ਰਾਗ ਸ਼ੁਰੂ ਕਰਨਾ। ਬਿਲਾਵਲ ਰਾਗ ਤੱਕ ਨਿਰਪਕੰਨਿਆ ਕੈ ਕਾਰਣ ਇੱਕ ਭਇਆ ਭੇਖ ਧਾਰੀ, ਇਹ ਅਖੀਰਲਾ ਸ਼ਬਦ ਹੈ ਬਿਲਾਵਲ ਦਾ, ਉੱਥੋਂ ਤੱਕ ਦਾ ਲਿਖਿਆ ਗਿਆ। ਅੱਗੇ ਗਾਉਣ ਰਾਗ ਤੋਂ ਬਾਣੀ ਸ਼ੁਰੂ ਕਰਨੀ ਮੈਂ ਲਿਖਣੀ। ਆਦੋ ਰਹਿ ਸੋ ਜਾਨੀ ਪਰੈ। ਉਹ ਅੱਧੇ ਤੋਂ ਜ਼ਿਆਦਾ ਲਿਖੀ ਗਈ ਹੈ ਤੇ ਲਗਭਗ ਅੱਧੀ ਕੁ ਰਹਿੰਦੀ ਹੈ। ਯਾਨੀ ਸਾਧ ਸੰਗਤ ਜੀ ਅੱਜ ਕੱਲ੍ਹ ਜੇ ਆਪਾਂ ਦੇਖੀਏ ਤੇ 858 ਅੰਗ ਦੇ ਉੱਤੇ ਇਹ ਸਮਾਪਤੀ ਬਿਲਾਵਲ ਰਾਗ ਦੀ,
ਤੇ ਉਸ ਤੋਂ ਅੱਗੇ 600 ਅੰਗ ਸਮਝੋ ਹੋਰ ਰਹਿੰਦੇ ਸੀ। ਹਾਂਜੀ, ਦੇਵੋ ਇਹੋ ਨਹੀਂ ਕਿਸ ਕਰੈ। ਪਰ ਪਿਰਥੀ ਧੀਰਮਲ ਨੇ ਬੀੜ ਜਿਹੜੀ ਆ ਪਹਿਲੀ ਉਹ ਲੁਕੋ ਲਈ ਹੈ। ਤੇ ਮਹਾਰਾਜ ਮੈਂ ਹੁਣ ਉਤਾਰਾ ਕਿਹੜੀ ਬੀੜ ਤੋਂ ਕਰਾਂਗਾ, ਇਹਨੇ ਦੇਣਾ ਨਹੀਂ। ਮੇਰਾ ਤਾਂ ਸੀ ਕੰਮ ਵੀ ਮੈਂ ਦੂਸਰਾ ਸਰੂਪ ਮਹਾਰਾਜ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲਿਖ ਲਵਾਂ, ਉਤਾਰਾ ਪੂਰਾ ਹੋ ਜਾਵੇ। ਪਰ ਜੇ ਪਹਿਲੀ ਬੀੜ ਹੀ ਮੇਰੇ ਕੋਲ ਹੋਵੇਗੀ ਤਾਂ ਹੀ ਮੈਂ ਉਤਾਰਾ ਕਰਾਂਗਾ, ਉਹ ਦਿੰਦਾ ਨਹੀਂ। ਤੇ ਮੇਰਾ ਜਿਹੜਾ ਸਰੂਪ ਮੈਂ ਲਿਖ ਰਿਹਾ ਉਹ ਕਿਵੇਂ ਪੂਰਾ ਹੋਵੇਗਾ। ਸ਼੍ਰੀ ਹਰਿਗੋਬਿੰਦ ਬਹੁਰ ਉਚਾਰੇ। ਇਹ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੋਲੇ, ਗੁਰੂ ਗ੍ਰੰਥ ਲਿਖਿਆ ਹੈ ਜਗ ਸਾਰੇ। ਮਹਾਰਾਜ ਕਹਿੰਦੇ ਫਿਕਰ ਨਾ ਕਰ ਵਿਧੀ ਚੰਦ, ਗੁਰੂ ਗ੍ਰੰਥ ਸਾਹਿਬ ਘਰ ਘਰ ਲਿਖਿਆ ਜਾਏਗਾ, ਸਾਰੇ ਸੰਸਾਰ ਦੇ ਵਿੱਚ ਪਸਰ ਜਾਏਗਾ। ਹਰ ਗੁਰਸਿੱਖ ਦੇ ਘਰ ਹੋਵੇਗਾ, ਹਰ ਸ਼ਹਿਰ, ਹਰ ਪਿੰਡ, ਹਰ ਨਗਰ, ਹਰ ਮੁਲਕ 'ਚ ਗੁਰੂ ਗ੍ਰੰਥ ਸਾਹਿਬ ਹੋਵੇਗਾ। ਹਾਂਜੀ, ਪੁਰ ਪ੍ਰੋਗਰਾਮਨ ਕਰ ਕਰ ਹੋਏ। ਪਿੰਡ ਪਿੰਡ ਗ੍ਰਾਮਾਂ 'ਚ ਘਰ ਘਰ ਗੁਰੂ ਗ੍ਰੰਥ ਸਾਹਿਬ ਹੋਵੇਗਾ। ਗੁਰੂ ਦੇ ਸਿੱਖ ਪੜ੍ਹਿਆ ਕਰਨਗੇ, ਦਰਸ਼ਨ ਕਰਿਆ ਕਰਨਗੇ। ਇਹ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆ 'ਚ ਫੈਲ ਜਾਏਗਾ। ਹਾਂਜੀ, ਪਠ ਹੈ ਸੁਨ ਹੈ ਜਹ ਕਹਿ ਸਭ ਕੋਇ। ਜਿੱਥੇ ਕਿੱਥੇ ਘਰਾਂ ਘਰਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਜਾਏਗਾ, ਸੁਣਿਆ ਜਾਏਗਾ, ਇਹਦਾ ਬਹੁਤ ਪ੍ਰਚਾਰ ਹੋਵੇਗਾ। ਹਾਂਜੀ, ਬਹੁਰ ਸਮੋ ਐਸੋ ਹੋਏ ਜਾਏ। ਮਹਾਰਾਜ ਕਹਿੰਦੇ ਇਹੋ ਜਿਹਾ ਸਮਾਂ ਆ ਜਾਏਗਾ, ਜਗਤ ਰਾਜ ਹਮ ਸਿੱਖ ਕਮਾਏ। ਸਾਡੇ ਖਾਲਸੇ ਦਾ ਰਾਜ ਹੋ ਜਾਏਗਾ, ਸਾਡੇ ਸਿੰਘ ਰਾਜੇ ਬਣ ਜਾਣਗੇ, ਬਾਦਸ਼ਾਹ ਹੋ ਜਾਣਗੇ ਸਿੰਘ ਸਾਡੇ। ਦੇਸ਼ ਵਿਦੇਸ਼ਨ ਬਦਹ ਪ੍ਰਤਾਪ। ਦੇਸ਼ਾਂ ਵਿਦੇਸ਼ਾਂ 'ਚ ਖਾਲਸੇ ਦਾ ਪ੍ਰਤਾਪ ਹੋ ਜਾਏਗਾ। ਦੇਸ਼ਾਂ ਪ੍ਰਦੇਸ਼ਾਂ 'ਚ ਸਿੰਘਾਂ ਦੇ ਨਿਸ਼ਾਨ ਝੂਲਣਗੇ, ਨਗਾਰੇ ਵੱਜਣਗੇ। ਵਾਹਿਗੁਰੂ ਕਹ ਜਪ ਹੈ ਜਾਪ। ਸਭ ਥਾਂ ਤੇ ਝਾੜੀ ਝਾੜੀ ਅਕਾਲ ਗੂੰਜੇਗਾ। ਵਾਹਿਗੁਰੂ 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 ਜਪਣਗੀਆਂ ਸੰਗਤਾਂ, ਸਭ ਦੁਨੀਆ ਸਿੱਖ ਬਣ ਜਾਏਗੀ। ਇਸ ਤੇ ਆਦ ਜੇ ਗੁਰ ਘਰ ਦਰੋਹੀ। ਇਸ ਤੋਂ ਇਲਾਵਾ ਇਹ ਤਾਂ ਫਿਰ ਧੀਰਮਲ ਹੈ ਨਾ, ਜਿਹੜੇ ਹੋਰ ਵੀ ਗੁਰੂ ਘਰ ਦੇ ਦੋਖੀ ਨੇ, ਜਿਹੜੇ ਗੁਰੂ ਘਰ ਨਾਲ ਅੱਜ ਵੈਰ ਕਰਦੇ ਨੇ, ਸਭ ਅਨਸਾਰ ਤਿਨ ਹੋ ਕੇ ਹੋਹੀ। ਉਹ ਸਭ ਖਾਲਸੇ ਦੀ ਤਾਬਿਆ 'ਚ ਹੋ ਜਾਣਗੇ। ਜਦੋਂ ਸਿੰਘਾਂ ਦਾ ਬੋਲ ਬਾਲਾ ਹੋਵੇਗਾ, ਇਹ ਸਾਰੇ ਆ ਜਾਣਗੇ ਸ਼ਰਨ ਵਿੱਚ। ਸਭ ਤੋਂ ਪਹਿਲਾਂ 10ਵੇਂ ਪਾਤਸ਼ਾਹ ਦੇ ਕੋਲ ਪਿਰਥੀ ਚੰਦੀਏ ਆਏ ਆ। ਮਹਾਰਾਜ ਬਾਬਾ ਜਦੋਂ ਮਹਾਰਾਜ ਨੀਲੇ ਬਾਣਾ ਪਾ ਕੇ ਉੱਚ ਦੇ ਪੀਰ ਬਣ ਕੇ ਮਾਲਵੇ ਦੀ ਧਰਤੀ ਤੇ ਜਗਾਏ ਨੇ, ਤਾਂ ਬਹਿਬਲ ਬਰਗਾੜੀ ਇਹ ਕੋਟਕਪੂਰੇ ਦਾ ਇਲਾਕਾ ਹੈ, ਉਧਰ ਸਤਿਗੁਰੂ ਵਿਚਰੇ ਨੇ। ਢਿੱਲਵੀਂ ਜਦੋਂ ਗਏ ਨੇ, ਸੋਢੀ ਕੌਲ ਸਾਹਿਬ ਮਹਾਰਾਜ ਨੂੰ ਉਹਦੇ ਚਿੱਟੇ ਵਸਤਰ ਭੇਟਾ ਕੀਤੇ। ਸੋਢੀ ਕੌਲ ਸਾਹਿਬ ਕੌਣ ਸਨ? ਬਾਬਾ ਪਿਰਥੀ ਚੰਦ ਜੀ ਦੇ ਪੜਪੋਤਰੇ। ਤੇ 10ਵੇਂ ਪਾਤਸ਼ਾਹ ਕੌਣ ਸਨ? ਗੁਰੂ ਅਰਜਨ ਦੇਵ ਜੀ ਦੇ ਪੜਪੋਤਰੇ। ਦੋਵਾਂ ਭਾਈਆਂ ਦੀ ਔਲਾਦ ਉੱਥੇ ਇਕੱਠੀ ਹੋਈ। ਸੋਢੀ ਕੌਲ ਸਾਹਿਬ ਨੇ ਗੁਰੂ ਸਾਹਿਬ ਨੂੰ ਚਿੱਟੇ ਵਸਤਰ ਦੇ ਕੇ ਬੇਨਤੀ ਕੀਤੀ, ਮਹਾਰਾਜ ਆਹ ਵਸਤਰ ਪਾਓ। ਪ੍ਰੇਮ ਕੀਤਾ ਬੜਾ, ਪਿਛਲੀਆਂ ਗੱਲਾਂ ਭੁੱਲ ਜਾਓ ਮਹਾਰਾਜ। ਮਹਾਰਾਜ ਨੇ ਬਹੁਤ ਸਤਿਕਾਰ ਕੀਤਾ, ਬਚਨ ਕੀਤਾ, ਸੋਢੀ ਕੌਲ ਸਾਹਿਬ ਅੰਮ੍ਰਿਤ ਛਕ ਲਓ ਖੰਡੇ ਦਾ। ਕਹਿੰਦੇ ਮਹਾਰਾਜ ਮੈਂ ਬਜ਼ੁਰਗ ਹੋ ਗਿਆ, ਮੇਰੇ ਪੋਤੇ ਨੂੰ ਛਕਾ ਦਿਓ। ਫਿਰ ਉਹਦੇ ਬੱਚਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਪੰਥ ਵਿੱਚ ਸ਼ਾਮਲ ਕਰ ਲਿਆ। ਫਿਰ ਮਹਾਰਾਜ ਕਹਿੰਦੇ ਧੀਰਮਲ ਦਾ ਪਰਿਵਾਰ ਵੀ ਆਏਗਾ। ਧੀਰਮਲ ਦਾ ਪਰਿਵਾਰ ਕਦੋਂ ਆਇਆ? ਧੀਰਮਲ ਦੇ ਪੋਤਰੇ ਦੇ ਗਾਂਹ ਪੜਪੋਤਰੇ ਹੋਏ ਬਾਬਾ ਵਡਭਾਗ ਰਾਏ ਜੀ। ਗੁਲਾਬ ਰਾਏ, ਵਡਭਾਗ ਰਾਏ, ਪੰਜਾਬ ਰਾਏ, ਇੱਕ ਹੋਰ ਸਨ। ਇਹ 5-4 ਭਰਾ ਸਨ। ਤੇ ਜਲੰਧਰ ਦਾ ਇੱਕ ਸੂਬੇਦਾਰ ਸੀਗਾ ਨਾਸਰ ਅਲੀ। ਉਹਨੇ ਸ੍ਰੀ ਕਰਤਾਰਪੁਰ ਸਾਹਿਬ ਸ਼ਹਿਰ ਤੇ ਹੱਲਾ ਕਰਕੇ ਨਗਰ ਉਜਾੜ ਦਿੱਤਾ। ਥੰਮ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਅੱਗ ਲਾ ਕੇ ਸਾੜ ਦਿੱਤਾ। ਬਾਬਾ ਵਡਭਾਗ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ। ਬਾਬਾ ਜੀ ਕਿਸੇ ਤਰੀਕੇ ਨਾਲ ਦੁਸ਼ਮਣ ਦੀ ਕੈਦ ਚੋਂ ਨਿਕਲ ਕੇ ਜਿੱਥੇ ਧੌਲੀ ਧਾਰ ਊਨਾ ਸਾਹਿਬ ਵਾਲੇ ਪਾਸੇ ਪਹਾੜਾਂ 'ਚ ਇਹਨਾਂ ਦਾ ਸਥਾਨ ਹੈ, ਬਾਬਾ ਵਡਭਾਗ ਸਿੰਘ ਦਾ ਡੇਰਾ, ਉੱਧਰ ਗਏ। ਫਿਰ ਬੁੱਢੇ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਕੋਲ ਚਿੱਠਾ ਲਿਖਿਆ ਕਿ ਬਾਬਾ ਜੀ ਸ੍ਰੀ ਕਰਤਾਰਪੁਰ ਸਾਹਿਬ ਦੀ ਬੇਅਦਬੀ ਬਹੁਤ ਹੋਈ ਹੈ। ਗੁਰੂ ਅਰਜਨ ਦੇਵ ਜੀ ਦਾ ਥੰਮ ਸਾਹਿਬ ਤੁਹਾਡੇ ਵੀ ਗੁਰੂ ਨੇ, ਸਾਡੇ ਵੀ ਨੇ, ਤੁਸੀਂ ਕਿਰਪਾ ਕਰਕੇ ਉਹਦਾ ਬਦਲਾ ਲੈ ਕੇ ਦਿਓ। ਤਾਂ ਸਾਧ ਸੰਗਤ ਜੀ ਉੜਮੁੜ ਟਾਂਡੇ ਦੇ ਲਾਗੇ ਬੁੱਢੇ ਦਲ ਦੀ ਤੇ ਬਾਬੇ ਵਡਭਾਗ ਸਿੰਘ ਦੀ ਸੁਲ੍ਹਾ ਕੀਤੀ ਹੋਈ, ਇਕੱਠੇ ਹੋਏ। ਤੇ ਬਾਬਾ ਵਡਭਾਗ ਸਿੰਘ ਜੀ ਦਾ ਬਚਨ ਮੰਨ ਕੇ, ਉਹਨੂੰ ਵਡਭਾਗ ਰਾਏ ਸੀ ਨਾਮ ਉਹਨਾਂ ਦਾ, ਕਰਤਾਰਪੁਰ ਸਾਹਿਬ ਦੇ ਲਾਗੇ ਜਲੰਧਰ ਸ਼ਹਿਰ ਨੂੰ ਸੋਧ ਕੇ ਨਾਸਰ ਅਲੀ ਨੂੰ ਮਾਰਿਆ। ਨਾਸਰ ਅਲੀ ਨੂੰ ਮਾਰ ਕੇ ਜਦੋਂ ਜੰਗ ਜਿੱਤ ਕੇ ਸ਼ਹਿਰ 'ਚ ਵੜੇ, ਇੰਨੇ ਨੂੰ ਨਾਸਰ ਅਲੀ ਦੀ ਕਬਰ ਬਣਾ ਕੇ ਉਹਨਾਂ ਨੇ ਦੱਬ ਦਿੱਤਾ ਸੀਗਾ। ਬਾਬੇ ਵਡਭਾਗ ਰਾਏ ਨੇ ਉਹ ਪੱਟ ਕੇ ਉਹਦੀ ਜਿਹੜੀ ਕਬਰ ਸੀ
ਉਹਨੂੰ ਅੱਗ ਲਾ ਕੇ ਸਾੜ ਦਿੱਤਾ। ਫਿਰ ਨਾਸਰ ਅਲੀ ਨੂੰ ਬਦਲਾ ਲਿਆ। ਫਿਰ ਕਹਿਣ ਲੱਗੇ ਵੀ ਬੁੱਢੇ ਦਲ ਨੂੰ ਆ ਕੇ ਸਾਡੇ ਕੋਲ ਲੰਗਰ ਛਕੋ। ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ ਵੀ ਤੁਹਾਡੇ ਨਾਲ ਰੋਟੀ ਬੇਟੀ ਦੀ ਸਾਂਝ ਅੰਮ੍ਰਿਤ ਚਾਰ ਵੇਲੇ ਬੰਦ ਕੀਤੀ ਹੋਈ। ਪੰਜ ਪਿਆਰੇ ਕਹਿੰਦੇ ਆ ਵੀ ਧੀਰ ਮੱਲੀਏ, ਰਾਮ ਰਾਈਏ, ਨੜੀ ਮਾਰ, ਕੁੜੀ ਮਾਰ ਨਾਲ ਨਹੀਂ ਵਰਤਣਾ, ਤੇ ਤੁਹਾਡੇ ਨਾਲ ਅਸੀਂ ਨਹੀਂ ਵਰਤ ਸਕਦੇ। ਹਾਂ, ਤੁਹਾਡਾ ਲੰਗਰ ਛਕਾਂਗੇ ਜੇ ਖੰਡੇ ਦਾ ਅੰਮ੍ਰਿਤ ਛਕ ਲਓ। ਬਾਬਾ ਵਡਭਾਗ ਰਾਏ ਜੀ ਹੱਥ ਜੋੜ ਕੇ ਖੜੇ ਹੋ ਗਏ। ਪੰਥ ਦੇ ਕੋਲੋਂ ਸ੍ਰੀ ਕਰਤਾਰਪੁਰ ਸਾਹਿਬ ਵੀ ਬਾਬਾ ਜੱਸਾ ਸਿੰਘ ਜੀ ਪੰਜਾਂ ਪਿਆਰਿਆਂ ਸ਼ਾਮਲ ਹੋਏ ਤੇ ਇਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਾਬਾ ਜੀ, ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਜੈ ਸਿੰਘ ਜੀ ਕਨਈਆ ਵਰਗੇ, ਇਸੇ ਤਰ੍ਹਾਂ ਬਾਬਾ ਕਰਮ ਸਿੰਘ ਜੀ, ਇਹਨਾਂ ਸਾਰਿਆਂ ਨੇ ਖੰਡੇ ਦਾ ਅੰਮ੍ਰਿਤ ਤਿਆਰ ਕਰਕੇ ਬਾਬਾ ਵਡਭਾਗ ਸਿੰਘ ਜੀ ਨੂੰ, ਬਾਬਾ ਪੰਜਾਬ ਸਿੰਘ, ਗੁਲਾਬ ਸਿੰਘ, ਸਾਰਿਆਂ ਨੂੰ ਅੰਮ੍ਰਿਤ ਛਕਾਇਆ। ਫਿਰ ਇਹਨਾਂ ਦੇ ਹੱਥੋਂ ਲੰਗਰ ਛਕਿਆ। ਤਾਂ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਸਮਾਂ ਆਵੇਗਾ ਇਹ ਵੀ ਪੰਥ ਵਿੱਚ ਸ਼ਾਮਲ ਹੋਣਗੇ। ਇਹ ਵੀ ਗ੍ਰੰਥ ਜੋਰ ਕੋ ਪਾਏ। ਫਿਰ ਸਮਾਂ ਆਵੇਗਾ ਸਾਡਾ ਇੱਕ ਸਿੰਘ ਬਾਦਸ਼ਾਹ ਬਣੇਗਾ। ਉਹ ਸ਼ੇਰੇ ਪੰਜਾਬ ਵੱਲ ਇਸ਼ਾਰਾ, ਰਣਜੀਤ ਸਿੰਘ ਕਹਿੰਦੇ ਉਹਦੇ ਪ੍ਰਤਾਪ ਦੇ ਅੱਗੇ ਫਿਰ ਧੀਰ ਮੱਲੀਏ ਜਿਹੜੇ ਨਾ ਇਹ ਝੁਕ ਜਾਣਗੇ। ਹਾਂਜੀ, ਲੈ ਹੈ ਆਪਣੇ ਨਿਕਟ ਮੰਗਾਏ। ਤੇ ਫਿਰ ਮਹਾਰਾਜਾ ਰਣਜੀਤ ਸਿੰਘ ਇਹ ਗ੍ਰੰਥ ਆਪਣੇ ਕੋਲ ਬੁਲਾਏ ਮੰਗਾਏਗਾ। ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਦੋਂ ਕਸ਼ਮੀਰੀ ਕਾਗਜ਼ ਤਿਆਰ ਕਰਾਇਆ ਕਸ਼ਮੀਰ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ ਜਾਣੇ ਕਸ਼ਮੀਰੀ ਕਾਗਜ਼ ਦੇ ਉੱਤੇ, ਤਾਂ ਸਾਧ ਸੰਗਤ ਜੀ ਫਿਰ ਪੰਜਾਂ ਬੀੜਾਂ ਦੇ ਪ੍ਰਕਾਸ਼ ਕੀਤੇ ਸੀਗੇ ਪੁਰਾਣੀਆਂ ਦੇ। ਉਹਨਾਂ ਨੇ ਕਿਹਾ ਵੀ ਬਾਣੀ ਸੋਧ ਕੇ ਲਿਖਣੀ ਸੀ ਨਾ, ਸਾਰੀ ਵੇਖ ਕੇ ਵੀ ਕੋਈ ਲਗ ਮਾਤਰ ਕਰਨਾ ਸਿਹਾਰੀ ਬਿਹਾਰੀ ਅੱਗੇ ਪਿੱਛੇ ਨਾ ਹੋਵੇ। ਤਾਂ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਲਾਓ ਲਸ਼ਕਰ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਆਏ। ਸੋਢੀ ਸਾਹਿਬਜ਼ਾਦਿਆਂ ਨੂੰ ਬੇਨਤੀ ਕੀਤੀ ਵੀ ਸਾਨੂੰ ਮਹਾਰਾਜ ਦਾ ਸਰੂਪ ਦਿਓ। ਉਹਨਾਂ ਨੇ ਫਿਰ ਬੜੇ ਸਤਿਕਾਰ ਨਾਲ ਹਾਥੀਆਂ ਦੇ ਉੱਤੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਾਹੌਰ ਲੈ ਗਏ। ਸ਼ੇਰੇ ਪੰਜਾਬ ਦਾ ਜਿਹੜਾ ਮਹਿਲ ਸੀਗਾ ਉਹਦੇ 'ਚ 5 ਪ੍ਰਕਾਸ਼ ਹੁੰਦੇ ਸੀਗੇ ਇਕੱਠੇ, ਤੇ ਉਹਦੇ 5 ਪ੍ਰਕਾਸ਼ਾਂ ਤੋਂ ਫਿਰ ਸਰੂਪਾਂ ਤੋਂ ਬਾਣੀ ਸੋਧੀ ਜਾਂਦੀ ਸੀ, ਲਿਖੀ ਜਾਂਦੀ ਸੀ। ਬੀੜਾਂ ਤਿਆਰ ਹੁੰਦੀਆਂ ਸੀ ਗੁਰਦੁਆਰਿਆਂ ਦੇ ਤਖਤਾਂ ਤੇ, ਉੱਥੋਂ ਭੇਜੀਆਂ ਜਾਂਦੀਆਂ ਸੀ। ਬੜਾ ਸੁੰਦਰ ਉਹ ਸਰੂਪ ਦਾਸ ਨੇ ਦੇਖਿਆ, ਸੋਨੇ ਦੇ ਨਾਲ ਕਢਾਈਆਂ ਕੱਢੀਆਂ ਹੋਈਆਂ ਉੱਤੇ, ਇੰਨੀ ਮਿਹਨਤ ਨਾਲ ਬਣਾਏ ਹੋਏ ਸਰੂਪ ਨੇ। ਤੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਫਿਰ ਜਦੋਂ ਕਰਤਾਰਪੁਰ ਵਾਲੀ ਬੀੜ 1 ਸਾਲ ਘੱਟੋ ਘੱਟ ਆਪਣੇ ਮਹਿਲਾਂ 'ਚ ਰੱਖੀ, ਉਹਦੇ ਬਦਲੇ 'ਚ ਕਈ ਹਜ਼ਾਰ ਏਕੜ ਜ਼ਮੀਨ ਸ੍ਰੀ ਕਰਤਾਰਪੁਰ ਸਾਹਿਬ ਧੀਰ ਮੱਲੀਆਂ ਨੂੰ ਅਰਦਾਸੇ ਕਰਾਈ, ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾਈ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਦਰਸ਼ਨ ਭੇਟਾ ਹੈ ਜੋ ਮਹਾਰਾਜ ਦਾ ਸਰੂਪ ਸਾਡੇ ਘਰ ਆਇਆ, ਗੁਰੂ ਅਰਜਨ ਦੇਵ ਜੀ ਦਾ। ਸੋ ਮਹਾਰਾਜ ਕਹਿੰਦੇ ਇਹ ਵੀ ਗ੍ਰੰਥ ਜਿਹੜਾ ਹੈ ਖਾਲਸੇ ਕੋਲ ਆਵੇਗਾ। ਤਿੰਨ ਸਿੱਖਿਆਂ ਕੇ ਹੋਏ ਅਧੀਨ। ਇਹ ਜਿਹੜੇ ਧੀਰ ਮੱਲੀਏ ਨੇ ਫਿਰ ਖਾਲਸੇ ਦੇ ਰਾਜ ਵਿੱਚ ਸਿੰਘਾਂ ਦੇ ਅਧੀਨ ਹੋ ਜਾਣਗੇ, ਆਕੀ ਨਹੀਂ ਰਹਿਣਗੇ। ਹਾਂਜੀ, ਕਰਹਿ ਜੀਵਕਾ ਆਪਣੀ ਪੀਨ। ਉੱਥੇ ਫਿਰ ਆਪਣਾ ਗੁਜ਼ਾਰਾ ਕਰਨਗੇ। ਸੋਢੀ ਪ੍ਰਸ਼ਾਦਾ ਪਾਣੀ ਉੱਥੋਂ ਮਿਲੇਗਾ ਸ਼ੇਰੇ ਪੰਜਾਬ ਤੋਂ। ਇਮ ਕਹਿ ਸਤਿਗੁਰ ਤਿਆਰੀ ਕੀ। ਏਦਾਂ ਕਹਿ ਕੇ ਮਹਾਰਾਜ ਨੇ ਤਿਆਰੀਆਂ ਕਰ ਲਈਆਂ। ਬੀਤੀ ਜਾਮ ਜਾਮਨੀ ਤੀਨ। ਤੇ 3 ਪਹਿਰ ਸਾਧ ਸੰਗਤ ਜੀ ਰਾਤ ਬੀਤ ਗਈ ਏਦਾਂ ਤਿਆਰੀ ਵਿੱਚ ਹੀ, ਤੇ ਉੱਥੋਂ ਚਾਲੇ ਪਾਤੇ। ਜਿਹੜੀ ਬਾਬਾ ਬਿਧੀ ਚੰਦ ਜੀ ਨੇ ਬੀੜ ਲਿਖੀ ਸੀ ਉਹ ਉਨੀ ਰਹਿ ਗਈ। ਹੁਣ ਉਹ ਸੁਰ ਸਿੰਘ ਬਾਬਾ ਜੀ ਕੋਲ, ਬਾਬਾ ਅਵਤਾਰ ਸਿੰਘ ਜੀ ਕੋਲ ਦਾਸ ਨੇ 2 ਵਾਰੀ ਦਰਸ਼ਨ ਕੀਤੇ ਹੈ। ਉਹ ਸਿਰਫ ਬਿਲਾਵਲ ਰਾਗ ਤੱਕ ਹੀ ਹੈ, ਉਸ ਤੋਂ ਅੱਗੇ ਨਹੀਂ। ਸੋ ਉਹ ਬਾਬਾ ਬਿਧੀ ਚੰਦ ਜੀ ਦੇ ਹੱਥ ਦਾ ਲਿਖਿਆ ਗੁਰੂ ਗ੍ਰੰਥ ਸਾਹਿਬ ਉਹਨਾਂ ਹੀ ਸੰਗਤਾਂ ਦਰਸ਼ਨ ਕਰਦੀਆਂ। ਜਦੋਂ ਕੋਈ ਪ੍ਰੇਮੀ ਜਾਵੇ ਤੇ ਉਹ ਬੜੀ ਮਰਿਆਦਾ ਨਾਲ ਪਹਿਲਾਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਨੇ, ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਕਿਉਂਕਿ ਉਹ ਪੁਰਾਤਨ ਹੈ ਨਾ, ਰੋਜ਼ ਪ੍ਰਕਾਸ਼ ਨਹੀਂ ਹੋ ਸਕਦਾ, ਬਹੁਤ ਛੋਟੇ ਸਾਈਜ਼ ਵਿੱਚ ਹੈ, ਜਿਵੇਂ ਗੁਟਕਾ ਸਾਹਿਬ ਹੁੰਦਾ ਇੰਨੇ ਕਿ ਪੋਥੀ ਸਾਹਿਬ ਬਿਲਾਵਲ ਰਾਗ। ਲਿਖਾਈ ਬੜੀ ਸੁੰਦਰ ਹੈ, ਪੜ੍ਹਨ ਵਿੱਚ ਲੜੀਵਾਰ ਸਰੂਪ ਹੈ। ਉਹ ਬਾਬਾ ਬਿਧੀ ਚੰਦ ਜੀ ਦੇ ਹੱਥ ਦਾ ਲਿਖਿਆ ਹੋਇਆ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਚਾਲਾ ਪਾ ਕੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਆ ਰਹੇ ਨੇ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।